ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤੈਂ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੁਨ ਕੈ ਪ੍ਰਿਥਿਆ ਲਖਹਿ ਮਨ, ਇਹ ਭੋਰੋ ਮਤ ਨਾਹੇ। ਆਲਸ ਕੀ ਲਾਲਸ ਜਿਸੇ, ਰਹੇ ਬੈਠ ਘਰ ਮਾਹੇ। ਸੁਨ ਕੈ ਪ੍ਰਿਥਿਆ ਲਖਹਿ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦਿਨ ਦੇ ਚੌਥੇ ਪਹਿਰ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ ਅਤੇ ਪੀਟੀਸੀ ਸਿਮਰਨ ਅਤੇ ਸੋਸ਼ਲ ਮੀਡੀਆ ਚੈਨਲਾਂ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਹਾਜ਼ਰੀ ਲਵਾ ਰਹੇ ਸਤਿਕਾਰਯੋਗ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਜਿੱਥੇ ਗੁਰੂ ਕੇ ਚਰਨਾਂ ਦੇ ਵਿੱਚ ਆਪ ਜੀ ਨਤਮਸਤਕ ਹੋ ਰਹੇ ਹੋ, ਗੁਰੂ ਦਰਬਾਰ ਦੇ ਮਹਾਨ ਕੀਰਤਨੀਆਂ ਪਾਸੋਂ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤ ਨੇ ਸਰਵਣ ਕੀਤਾ ਹੈ। ਉਪਰੰਤ ਰੋਜ਼ਾਨਾ ਦੇ ਨੇਮ ਦੇ ਮੁਤਾਬਕ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਹਾਜ਼ਰ ਹੋ। ਲੜੀਵਾਰ ਇਤਿਹਾਸ ਦੀ ਵਿਚਾਰ ਜੋ ਪਾਵਨ ਗੁਰੂ ਕੇ ਇਤਿਹਾਸ ਵਿੱਚੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅਨੁਸਾਰ ਮਹਾਕਵੀ ਸੰਤੋਖ ਸਿੰਘ ਜੀ ਦੀ ਲਿਖਤ ਅਨੁਸਾਰ ਚੱਲ ਰਹੀ ਸੀ ਕਿ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜਿਸ ਵਕਤ ਗੁਰੂ ਕੀ ਵਡਾਲੀ ਅਸਥਾਨ ਦੇ ਉੱਪਰ, ਜਿਸ ਨੂੰ ਵਡਾਲੀ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅੱਜ ਗੁਰੂ ਕੀ ਵਡਾਲੀ ਕਹਿ ਕੇ ਸਾਰਾ ਸੰਸਾਰ ਮਾਣ ਬਖਸ਼ਦਾ ਹੈ, ਸਤਿਕਾਰ ਬਖਸ਼ਦਾ ਹੈ, ਜਿੱਥੇ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਵੀ ਹੋਇਆ, ਉਸ ਅਸਥਾਨ 'ਤੇ ਜਦੋਂ ਭਾਗ ਲਾ ਰਹੇ ਸਨ ਤੇ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀਆਂ ਖਬਰਾਂ ਸੁਣ ਕਰਕੇ ਜਿੱਥੇ ਸੰਗਤਾਂ ਖੁਸ਼ ਨੇ, ਵਧਾਈਆਂ ਦਿੰਦੀਆਂ ਨੇ, ਉੱਥੇ ਬਾਬਾ ਪ੍ਰਿਥੀ ਚੰਦ ਜੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਭ ਤੋਂ ਵੱਡੇ ਭਰਾਤਾ ਨੇ, ਖੁਸ਼ੀ ਮਨਾਉਣ ਦੀ ਥਾਂ ਈਰਖਾ ਦੇ ਵਿੱਚ ਭੈੜੀਆਂ ਕੁਝ ਜਿਹੀਆਂ ਚਾਲਾਂ ਚੱਲਦੇ ਹਨ, ਜਿਨ੍ਹਾਂ ਵਿੱਚੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨੁਕਸਾਨ ਪਹੁੰਚਾਉਣ ਦੇ ਵਾਸਤੇ ਸ਼ਬਦ ਆਪਾਂ ਗੁਰੂ ਵਰਤਦੇ ਹਾਂ। ਅਜੇ ਗੁਰਤਾ ਗੱਦੀ 'ਤੇ ਛੇਵੇਂ ਪਾਤਸ਼ਾਹ ਬਿਰਾਜਮਾਨ ਨਹੀਂ ਸਨ ਹੋਏ, ਪਰ ਬਾਲ ਉਮਰ ਦੇ ਉਹਨਾਂ ਦੇ ਚੋਜ ਸਨ। ਕਈ ਕੁਝ ਜਿਹੀਆਂ ਚਾਲਾਂ ਬਾਬਾ ਪ੍ਰਿਥੀ ਚੰਦ ਜੀ ਨੇ ਚੱਲੀਆਂ, ਪਰ ਜਦੋਂ ਉਹਨਾਂ ਦੇ ਪਾਜ ਉਖੜੇ, ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਇੱਕ ਬ੍ਰਾਹਮਣ ਦੇ ਰਾਹੀਂ ਦਹੀਂ ਜ਼ਹਿਰ ਵਾਲਾ ਖਿਲਾਉਣ ਦਾ ਯਤਨ ਵੀ ਕੀਤਾ, ਪਰ ਉਸਨੇ ਜਦੋਂ ਇਹ ਗੱਲ ਦਾ ਪਤਾ ਲੱਗਾ ਸਤਿਗੁਰੂ ਤੇ ਸਾਰੀ ਸੰਗਤ ਨੂੰ ਦੱਸ ਦਿੱਤਾ ਕਿ ਉਹਨੇ ਇਹ ਜ਼ਹਿਰ ਬਾਬੇ ਪ੍ਰਿਥੀ ਚੰਦ ਦੇ ਕਹਿਣ 'ਤੇ ਖਿਲਾਉਣਾ ਕੀਤਾ ਹੈ। ਬਾਬਾ ਪ੍ਰਿਥੀ ਚੰਦ ਦਾ ਸੰਗਤ ਦੇ ਵਿੱਚ ਪਾਜ ਉਗੜਦਾ ਹੈ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਾਹਮਣੇ ਪਾਜ ਉਗੜਦਾ ਹੈ। ਚਾਹੀਦਾ ਤੇ ਇਹ ਸੀ ਕਿ ਆਪਣੀ ਗਲਤੀ ਮੰਨਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਵਿੱਚ ਝੁੱਕ ਕੇ ਮੁਆਫੀ ਮੰਗ ਲੈਂਦਾ, ਤੇ ਸਤਿਗੁਰੂ ਤੇ ਸਦਾ ਹੀ ਬਖਸ਼ਿੰਦ ਨੇ, ਬਖਸ਼ਣਹਾਰ ਨੇ। ਉਹਦੇ ਭੁੱਲਾਂ, ਉਹਦੇ ਅਪਰਾਧਾਂ, ਉਹਦੇ ਪਾਪਾਂ ਨੂੰ ਬਖਸ਼ ਕਰਕੇ ਸਤਿਗੁਰੂ ਪਾਤਸ਼ਾਹ ਨੇ ਗਲ ਨਾਲ ਲਾ ਲੈਣਾ ਸੀ, ਅਸੀਸਾਂ ਬਖਸ਼ਣੀਆਂ ਸੀ।
ਪਰ ਉਹ ਹਾਲਾਤ ਬਾਬੇ ਪ੍ਰਿਥੀ ਚੰਦ ਦੀ ਐਸੀ ਬਣ ਗਈ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਪ੍ਰਤੀ, ਗੁਰੂ ਘਰ ਦੇ ਪ੍ਰਤੀ ਉਹਦੇ ਮਨ ਵਿੱਚ ਈਰਖਾ, ਨਫ਼ਰਤ, ਤੇ ਸਤਿਗੁਰ ਪਾਤਸ਼ਾਹ ਦੇ ਪ੍ਰਤੀ ਜਿੱਥੇ ਬੋਲ ਕਬੋਲ ਬੋਲਦਾ ਹੈ, ਉੱਥੇ ਆਪਣੇ ਛੋਟੇ ਭਰਾ ਬਾਬਾ ਮਹਾਦੇਵ ਦੇ ਨਾਲ ਇਸ ਤਰੀਕੇ ਦੀਆਂ ਗੱਲਾਂ ਕਰਦਾ ਹੈ ਕਿ ਮੈਂ ਦਿੱਲੀ ਦੇ ਰਾਜੇ ਨਾਲ ਮਿਲ ਕਰਕੇ, ਬਾਦਸ਼ਾਹ ਨਾਲ ਮਿਲ ਕਰਕੇ ਇਹ ਗੱਦੀ ਹਾਸਲ ਕਰ ਲੈਣੀ ਹੈ, ਗੁਰਗੱਦੀ ਦਾ ਅਸਲ ਮਾਲਕ ਮੈਂ ਹਾਂ। ਬਾਬਾ ਪ੍ਰਿਥੀ ਚੰਦ ਦੀਆਂ ਇਹ ਗੱਲਾਂ ਸੁਣ ਕਰਕੇ ਬਾਬਾ ਮਹਾਦੇਵ ਜੀ ਉਹਨੂੰ ਸਮਝਾਉਂਦੇ ਨੇ ਕਿ ਇਹ ਗੁਰੂ ਨਾਨਕ ਦੇ ਦਰ ਘਰ ਦੀਆਂ ਵਡਿਆਈਆਂ ਨੇ, ਜਿਹੜੀ ਵਡਿਆਈ ਪਰਮੇਸ਼ਰ ਦੇ ਦਰੋਂ ਘਰੋਂ ਪ੍ਰਾਪਤ ਹੁੰਦੀ ਹੈ। ਪਰ ਜਿਉਂ-ਜਿਉਂ ਉਹ ਗੁਰੂ ਨਾਨਕ ਦੇ ਘਰ ਦੀਆਂ ਤੇ ਖਾਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀਆਂ ਵਡਿਆਈਆਂ ਕਰਦੇ ਨੇ, ਇਹ ਗੱਲਾਂ ਪ੍ਰਿਥੀ ਚੰਦ ਨੂੰ ਚੰਗੀਆਂ ਨਹੀਂ ਲੱਗਦੀਆਂ। ਉਹ ਅੱਗੋਂ ਬਾਬੇ ਮਹਾਦੇਵ ਨੂੰ ਇਹ ਗੱਲਾਂ ਕਹਿੰਦਾ ਹੈ ਕਿ ਤੈਨੂੰ ਅਸਲ ਦੇ ਵਿੱਚ ਸਮਝ ਨਹੀਂ ਹੈ, ਸਿਆਣਪ ਨਹੀਂ ਹੈ, ਤੈਨੂੰ ਜੀਵਨ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਹੈ। ਜਿਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ ਦੀ ਇਹ ਚਰਚਾ ਚੱਲ ਰਹੀ ਹੈ, ਜਿੱਥੋਂ ਤੱਕ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਸੀ, ਉਸ ਤੋਂ ਅਗਲਾ ਪ੍ਰਸੰਗ ਉਸੇ ਹੀ ਲੜੀ ਵਿੱਚ ਅੱਗੇ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਟਿਕਾਈਏ ਤੇ ਸਾਰੀ ਸੰਗਤ ਪਿਆਰ ਦੇ ਨਾਲ ਮੁਖ ਤੋਂ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਕੈ ਪ੍ਰਿਥਿਆ ਲਖੈ ਮਨ, ਇਹ ਭੋਰੋ ਮਤ ਨਾਹੇ। ਬਾਬਾ ਪ੍ਰਿਥੀ ਚੰਦ ਜੀ ਜਦੋਂ ਬਾਬੇ ਮਹਾਦੇਵ ਦੀਆਂ ਗੱਲਾਂ ਸੁਣਦੇ ਐ, ਉਹ ਗੁਰੂ ਅਰਜਨ ਸਾਹਿਬ ਦਾ ਪੱਖ ਪੂਰਦੇ ਨੇ, ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਉਹਨਾਂ ਦੇ ਮੁਖ ਤੋਂ ਸੁਣਦੇ ਐ। ਬਾਬੇ ਪ੍ਰਿਥੀ ਚੰਦ ਦੀਆਂ ਗੱਲਾਂ ਵਿੱਚ ਜਦੋਂ ਬਾਬਾ ਮਹਾਦੇਵ ਜੀ ਨਹੀਂ ਆਉਂਦੇ, ਕਿਉਂਕਿ ਗੁਰੂ ਕੀ ਸੰਗਤ ਆਪ ਜੀ ਬੜੇ ਪਿਆਰ ਨਾਲ ਹਾਜ਼ਰੀ ਭਰਦੇ ਹੋ, ਇਹ ਸਾਨੂੰ ਇਤਿਹਾਸ ਦਾ ਇਹ ਪੱਖ ਜਾਣਨਾ ਜ਼ਰੂਰੀ ਹੈ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਪਾਤਸ਼ਾਹ ਦੇ 3 ਸਪੁੱਤਰ ਨੇ। ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਉਪਰੰਤ ਦੂਜੇ ਨੰਬਰ 'ਤੇ ਬਾਬਾ ਮਹਾਦੇਵ ਜੀ, ਤੇ ਸਭ ਤੋਂ ਛੋਟੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਇੱਕ ਵਾਰ ਸਾਰੇ ਪਿਆਰ ਨਾਲ ਕਹਿ ਦਿਓ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਤਿੰਨੇ ਸਪੁੱਤਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਨੇ। ਪਰ ਇਹ ਇਤਿਹਾਸ ਦੇ ਰਾਹੀਂ ਸਾਨੂੰ ਸਮਝਾਇਆ ਹੈ ਕਿ ਕਈ ਵਾਰ ਭਰਾ ਅਗਰ ਕਿਸੇ ਤਰੀਕੇ ਨਾਲ ਈਰਖਾ, ਨਫ਼ਰਤ, ਦਵੈਸ਼ ਵੀ ਕਰਦੇ ਨੇ, ਤੇ ਅਸੀਂ ਬਾਬਾ ਪ੍ਰਿਥੀ ਚੰਦ ਵਰਗਾ ਜੀਵਨ ਨਹੀਂ ਅਪਣਾਉਣਾ, ਅਸੀਂ ਗੁਰੂ ਅਰਜਨ ਸਾਹਿਬ ਵਰਗਾ ਜੀਵਨ ਆਪਣਾ ਧਾਰਨ ਕਰਕੇ ਰੱਖਣਾ ਹੈ। ਇਹ ਉਦਾਹਰਨਾਂ ਸਾਨੂੰ ਇਤਿਹਾਸ ਵਿੱਚੋਂ ਸਤਿਗੁਰ ਪਾਤਸ਼ਾਹ ਨੇ ਜੀਵਨ ਜਿਉਣ ਦੀ ਕਲਾ ਸਮਝਾਉਣ ਵਾਸਤੇ ਇਸ ਤਰੀਕੇ ਦਾ ਜੀਵਨ ਸਾਡੇ ਸਾਹਮਣੇ ਰੱਖਿਆ ਕਿ ਅਸੀਂ ਪ੍ਰੇਰਨਾ ਗੁਰੂ ਅਰਜਨ ਸਾਹਿਬ ਤੋਂ ਲੈਣੀ ਹੈ, ਬਾਬਾ ਪ੍ਰਿਥੀ ਚੰਦ ਤੋਂ ਨਹੀਂ। ਦੂਸਰੀ ਗੱਲ ਇਹ ਚੇਤੇ ਰੱਖੀਏ ਕਿ ਜਦੋਂ ਵੀ ਅਸੀਂ ਗੁਰੂ ਪੁੱਤਰਾਂ ਦਾ ਨਾਮ ਲੈਂਦੇ ਹਾਂ, ਬੇਸ਼ੱਕ ਉਹ ਗੁਰੂ ਕੀ ਆਗਿਆ ਅਨੁਸਾਰ ਨਹੀਂ, ਗੁਰੂ ਕੀ ਮੱਤ ਅਨੁਸਾਰ ਨਹੀਂ, ਪਰ ਅਸੀਂ ਸਤਿਕਾਰ ਤੇ ਹਮੇਸ਼ਾ ਗੁਰੂ ਸਾਹਿਬਾਂ ਦਾ ਹੀ ਕਰਨਾ ਹੈ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਹੈ। ਪਰ ਬਾਕੀ ਗੁਰੂ ਪੁੱਤਰਾਂ ਦਾ ਨਾਮ ਬੋਲਣ ਲੱਗਿਆਂ ਅਸੀਂ ਕੋਈ ਵੀ ਅਪਸ਼ਬਦ ਨਹੀਂ ਬੋਲਣਾ, ਕੋਈ ਮਾੜੇ ਬੋਲ ਨਹੀਂ ਬੋਲਣੇ। ਇਹ ਸਿੱਖ ਇਤਿਹਾਸ ਦੀ, ਸਾਡੀ ਸਾਰਿਆਂ ਦੀ ਇਹ ਰਵਾਇਤ ਰਹੀ ਹੈ ਕਿ ਸ਼ੁਰੂ ਤੋਂ ਅਸੀਂ ਜਦੋਂ ਵੀ, ਭਾਵੇਂ ਬਾਬਾ ਪ੍ਰਿਥੀ ਚੰਦ ਕੁਝੀਆਂ ਚਾਲਾਂ ਚੱਲਦਾ ਹੈ, ਪਰ ਗੁਰੂ ਪੁੱਤਰ ਜਾਣ ਕੇ ਸਿੱਖ ਹਮੇਸ਼ਾ ਇਹ ਸ਼ਬਦ ਵਰਤਦਾ ਹੈ ਬਾਬਾ ਪ੍ਰਿਥੀ ਚੰਦ ਜੀ। ਹਾਲਾਂਕਿ ਇਹ ਸ਼ਬਦ ਉਹਨਾਂ ਵਾਸਤੇ ਵਰਤੇ ਗਏ ਮੀਣਾ, ਇਹ ਮੀਣੇ ਸ਼ਬਦ ਵਾਸਤੇ ਉਹਨਾਂ ਦੇ ਨਾਲ ਮੰਨਣ ਵਾਲੇ, ਉਹਨਾਂ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੀਣਾ ਵੀ ਆਖਿਆ ਗਿਆ। ਪਰ ਜਦੋਂ ਅਸੀਂ ਕਈ ਵਾਰ ਗੱਲ ਕਰਦੇ ਹਾਂ ਤੇ ਇਹ ਸ਼ਬਦ ਆਪਣੀ ਬੋਲੀ ਸਿੱਖ ਕਦੇ ਨਹੀਂ ਵਿਗਾੜਦਾ ਹੈ। ਬਾਬਾ ਮਹਾਦੇਵ ਜੀ ਜਦੋਂ ਇਹ ਗੱਲਾਂ ਦੇ ਵਿੱਚ ਪ੍ਰਿਥੀ ਚੰਦ ਜੀ ਦੀਆਂ ਗੱਲਾਂ 'ਚ ਨਹੀਂ ਆਉਂਦੇ, ਉਸ ਵਕਤ ਬਾਬਾ ਪ੍ਰਿਥੀ ਚੰਦ ਜੀ ਕਹਿੰਦੇ ਨੇ ਕਿ ਇਹ ਤੂੰ ਤੇ ਮੱਤ ਦਾ ਹੌਲਾ ਹੈ, ਤੈਨੂੰ ਜ਼ਿੰਦਗੀ ਦੀ ਕਿਸੇ ਪ੍ਰਕਾਰ ਦੀ ਸੂਝ ਸਮਝ ਸਿਆਣਪ ਨਹੀਂ ਹੈ। ਆਲਸ ਕੀ ਲਾਲਸ ਜਿਸੇ ਰਹਿ ਬੈਠ ਘਰ ਮਾਹੇ। ਕਹਿੰਦੇ ਤੇਰਾ ਸੁਭਾਅ ਤੇ ਆਲਸੀ ਜਾ ਹੈ, ਕਿਉਂਕਿ ਬਾਬਾ ਮਹਾਦੇਵ ਜੀ ਮਸਤ ਮੌਲੇ ਜੇ ਸੁਭਾਅ ਦੇ ਸਨ। ਉਹ ਕਿਸੇ ਤਰੀਕੇ ਨਾਲ ਦੁਨਿਆਵੀ ਕੰਮਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਸਨ ਲੈਂਦੇ, ਕਿਉਂਕਿ ਜਦੋਂ ਇਹ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਲਾਹੌਰ ਜਾਣ ਦੀ ਵਾਰੀ ਵੀ ਆਈ ਸੀ ਤੇ ਗੁਰੂ ਰਾਮਦਾਸ ਪਾਤਸ਼ਾਹ ਬਾਬੇ ਪ੍ਰਿਥੀ ਚੰਦ ਨੂੰ ਜਦੋਂ ਕਹਿੰਦੇ ਆ, ਤੇ ਉਹ ਦੁਨਿਆਵੀ ਤੌਰ ਤੇ ਚੁਸਤ ਚਲਾਕ ਬੜੇ ਸੀ ਤੇ ਅੱਗੋਂ ਬਹਾਨੇ ਮਾਰ ਜਾਂਦੇ ਕਿ ਸਤਿਗੁਰੂ ਮੈਂ ਲਾਹੌਰ ਨਹੀਂ ਜੇ ਜਾਣਾ, ਕਿਉਂਕਿ ਮੈਂ ਇੰਨੀ ਦੂਰ ਨਹੀਂ ਜਾ ਸਕਦਾ, ਮੈਂ ਤੁਹਾਡੇ ਤੋਂ ਬਗੈਰ ਇਹ ਕੰਮ ਜੇ ਛੱਡ ਕੇ ਚਲੇ ਜਾਵਾਂ ਤੇ ਇੱਥੇ ਕੰਮਕਾਜ ਕੌਣ ਸੰਭਾਲੇਗਾ।
ਬਾਬਾ ਮਹਾਦੇਵ ਜੀ ਕਹਿੰਦੇ ਮੇਰਾ ਦੁਨੀਆਦਾਰੀ ਨਾਲ ਕੋਈ ਜੰਮੇ ਮਰੇ ਮੇਰਾ ਬਹੁਤਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਹੈ। ਉਹ ਸਾਰਿਆਂ ਤੋਂ ਆਪਣੇ ਆਪ ਨੂੰ ਨਿਰਲੇਪ ਉਦਾਸੀਨ ਅਵਸਥਾ ਵਿੱਚ ਰੱਖਦੇ ਸੀ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਇੱਕ ਬਚਨ ਗੁਰੂ ਰਾਮਦਾਸ ਪਾਤਸ਼ਾਹ ਦਾ 7 ਬਚਨ ਕਹਿ ਕੇ ਕਮਾਉਂਦੇ ਸੀ ਕਿ ਜੋ ਗੁਰ ਕਹੈ ਸੋਈ ਭਲ ਮਾਨੋ, ਭਲਾ ਭਲਾ 7 ਬਚਨ ਕਹਿ ਕੇ ਕਮਾਉਣ ਵਾਲੇ ਸਨ। ਹੁਣ ਬਾਬਾ ਪ੍ਰਿਥੀ ਚੰਦ ਬਾਬੇ ਮਹਾਦੇਵ ਨੂੰ ਇਹ ਗੱਲ ਕਹਿੰਦੇ ਨੇ ਕਿ ਤੂੰ ਤੇ ਆਲਸ ਦੀ ਵਿੱਚ ਹੀ ਹਮੇਸ਼ਾ ਰਹਿਣਾ ਹੈ। ਇਸੇ ਤਰ੍ਹਾਂ ਘਰ ਦੇ ਵਿੱਚ ਬੈਠਿਆਂ ਹੀ ਤੇਰੀ ਜ਼ਿੰਦਗੀ ਸਾਰੀ ਦੀ ਸਾਰੀ ਚਲੇ ਜਾਣੀ ਹੈ। ਤੈਨੂੰ ਜ਼ਿੰਦਗੀ ਦਾ ਕੋਈ ਸੋਹਜ ਸਵਾਦ ਆਨੰਦ ਨਹੀਂ ਆਉਣਾ। ਆਲਸ ਵੀ ਐਸਾ ਹੈ ਕਿ ਕਈ ਲੋਕ ਤੇ ਕੇਵਲ ਕੁਝ ਕੰਮਕਾਜ ਕਰਨ ਤੋਂ ਆਲਸ ਕਰਦੇ ਹੈ, ਪਰ ਸਾਡੀ ਸਾਰਿਆਂ ਦੀ ਆਲਸ ਦੀ ਜੇ ਅਵਸਥਾ ਵੇਖੀਏ ਤੇ ਸਤਿਗੁਰੂ ਬਾਣੀ 'ਚ ਕਹਿੰਦੇ ਨੇ ਜੇ ਕੋਈ ਮਾੜਾ ਕੰਮ ਕਰਨਾ ਹੋਵੇ ਨਾ, ਅਸੀਂ ਦੌੜ ਕੇ ਭੱਜ ਕੇ ਤਿਆਰ ਹੋ ਕੇ ਚੱਲ ਪੈਂਦੇ ਹਾਂ। ਪਰ ਜੇ ਕਿਤੇ ਨਾਮ ਜਪਣ ਦੀ ਗੱਲ ਹੋਵੇ, ਸੇਵਾ ਦੀ ਗੱਲ ਆਵੇ, ਸਿਮਰਨ ਦੀ ਗੱਲ ਹੋਵੇ, ਅੰਮ੍ਰਿਤ ਵੇਲੇ ਉੱਠਣ ਦੀ ਗੱਲ ਹੋਵੇ ਤੇ ਸਾਡੇ ਵਿੱਚ ਵੀ ਆਲਸ ਆ ਜਾਂਦਾ ਹੈ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ ਵਾਲੀ ਅਵਸਥਾ ਹੈ। ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ, ਪੈ ਪੈ ਸੋਇਆ। ਜੇ ਨਾਮ ਜਪਣ ਨੂੰ ਕਹੀਏ, ਅੰਮ੍ਰਿਤ ਵੇਲੇ ਉੱਠਣ ਨੂੰ ਕਹੀਏ ਤੇ ਸਾਡੇ ਵਰਗਿਆਂ ਨੂੰ ਆਲਸ ਆ ਜਾਂਦਾ। ਤੇ ਜੇ ਕੋਈ ਚੰਗਾ ਕੰਮ ਕਰਨਾ ਹੋਵੇ ਜਿਸ ਤਰੀਕੇ ਦੇ ਨਾਲ, ਉਦੋਂ ਤੇ ਆਲਸ ਹੈ। ਤੇ ਮਾੜੇ ਕੰਮ ਲਈ ਜਾਣਾ ਹੋਵੇ ਤਾਂ ਅਸੀਂ ਭੱਜ ਕੇ ਤੁਰ ਪੈਂਦੇ ਹਾਂ। ਚੰਗਿਆਈ ਵੇਲੇ ਆਲਸ ਤੇ ਬੁਰਿਆਈ ਵੇਲੇ ਸ਼ੇਰ ਬਣ ਜਾਂਦੇ ਆ। ਪਰ ਜਦੋਂ ਬਾਬਾ ਪ੍ਰਿਥੀ ਚੰਦ ਜੀ ਬੁਰੇ ਕੰਮ ਕਰਨ ਵਾਸਤੇ ਇੱਧਰ ਪ੍ਰੇਰਨਾ ਦਿੰਦੇ ਨੇ ਬਾਬੇ ਮਹਾਦੇਵ ਨੂੰ, ਪਰ ਉਸ ਬੁਰਿਆਈ ਦੇ ਵਿੱਚ ਉਹਦਾ ਸਾਥ ਨਹੀਂ ਦਿੰਦੇ ਤੇ ਬਾਬਾ ਪ੍ਰਿਥੀ ਚੰਦ ਅੱਗੋਂ ਬਾਬੇ ਮਹਾਦੇਵ ਨੂੰ ਕਹਿੰਦੇ ਨੇ ਕਿ ਤੂੰ ਤੇ ਆਲਸੀ ਹੈ, ਆਲਸੀ ਸੁਭਾਅ ਦਾ ਮਾਲਕ ਹੈ। ਤੇ ਸੱਚ ਇਹੋ ਜਿਹਾ ਆਲਸ ਚੰਗਾ ਹੈ। ਜੇ ਮਾੜੇ ਕੰਮ ਨੂੰ ਕਰਨ ਵਾਸਤੇ ਆਲਸ ਆ ਜਾਏ ਨਾ ਤੇ ਇਹ ਆਲਸ ਪ੍ਰਵਾਨ ਹੈ, ਪਰ ਚੰਗੇ ਕੰਮ ਵਾਸਤੇ ਆਲਸ ਨਹੀਂ ਕਰਨਾ। ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਵੀ ਬਚਨ ਅਸੀਂ ਪੜ੍ਹਦੇ ਹਾਂ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਪਾਪ ਕਰਨਾ ਹੋਵੇ, ਮਾੜਾ ਕੰਮ ਕਰਨਾ ਹੋਵੇ ਤੇ ਦੇਰੀ ਕਰ ਦਿਓ, ਆਲਸ ਕਰ ਦਿਓ, ਹੋ ਸਕੇ ਤੇ ਉਹ ਸ਼ਾਇਦ ਪਾਪ ਤੋਂ ਬਚ ਵੀ ਜਾਈਏ। ਪਰ ਚੰਗਾ ਕੰਮ ਕਰਨਾ ਹੋਵੇ, ਨੇਕ ਕੰਮ ਕਰਨਾ ਹੋਵੇ ਤੇ ਕਦੀ ਵੀ ਸਿੱਖਾ ਤੂੰ ਦੇਰੀ ਨਹੀਂ ਕਰਨੀ। ਪ੍ਰੋਫੈਸਰ ਪੂਰਨ ਸਿੰਘ ਤੇ ਕਹਿੰਦੇ ਸੀ ਜੇ ਕਿਤੇ ਤੇਰੇ ਮਨ ਵਿੱਚ ਫੁਰਨਾ ਆ ਜੇ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਜਾਣ ਵਾਸਤੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਣ ਵਾਸਤੇ, ਤੇ ਕਦੀ ਵੀ ਇਸ ਕੰਮ ਵਿੱਚ ਦੇਰੀ ਨਾ ਕਰੀ। ਕਿਤੇ ਐਸਾ ਨਾ ਹੋਵੇ ਕਿ ਸ਼੍ਰੀ ਦਰਬਾਰ ਸਾਹਿਬ ਦੇ ਪਾਵਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਦਾ ਫੁਰਨਾ ਮਨ 'ਚ ਆਇਆ ਹੋਵੇ ਤੇ ਉਹ ਫੁਰਨਾ ਹੀ ਰਹਿ ਜੇ। ਉਦੋਂ ਕਦੀ ਵੀ ਦੇਰੀ ਨਹੀਂ ਕਰਨੀ। ਪਰ ਜੇ ਤੂੰ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਜਾਵੇਂ, ਪਰਿਕਰਮਾ ਵਿੱਚ ਪਹਿਲਾ ਕਦਮ ਰੱਖੇ ਤੇ ਕਦੀ ਕਾਹਲੀ ਨਾਲ ਨਾ ਚੱਲੀ, ਉੱਥੇ ਬੜੀ ਸਹਿਜ ਨਾਲ ਬੜੀ ਹੌਲੀ ਹੌਲੀ ਜਾ ਕੇ ਚੱਲਣਾ। ਪੁੱਛਿਆ ਕਿਵੇਂ? ਕਿ ਇੱਕ ਪਾਸੇ ਕਹਿੰਦੇ ਹੋ ਕਿ ਦੇਰੀ ਨਹੀਂ ਕਰਨੀ, ਕਾਹਲੀ ਕਰਨੀ ਹੈ, ਬੜੀ ਜਲਦੀ ਕਰਨੀ ਹੈ, ਤੇ ਦੂਜੇ ਪਾਸੇ ਕਹਿੰਦੇ ਹੋ ਕਿ ਕਾਹਲੀ ਨਹੀਂ ਕਰਨੀ। ਕਾਰਨ ਕੀ? ਕਹਿੰਦੇ ਜਦੋਂ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਦਾ ਵਿਚਾਰ ਪੈਦਾ ਹੋਵੇ ਨਾ, ਕਦੀ ਦੇਰੀ ਨਾ ਕਰਿਓ, ਜਿੰਨੀ ਜਲਦੀ ਹੋ ਸਕੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਚੱਲ ਪਿਓ। ਕਿਤੇ ਐਸਾ ਨਾ ਹੋਵੇ ਕਿ ਦਰਸ਼ਨਾਂ ਤੋਂ ਬਗੈਰ ਇਹ ਜੀਵਨ ਵਿਅਰਥ ਚਲਿਆ ਜਾਵੇ। ਪਰ ਜੇ ਦਰਬਾਰ ਸਾਹਿਬ ਪਹੁੰਚ ਜਾਓ, ਪਰਿਕਰਮਾ ਵਿੱਚ ਪਹੁੰਚ ਜਾਓ ਤੇ ਕਦੀ ਜਲਦੀ ਨਹੀਂ ਕਰਨੀ, ਸਹਿਜ ਨਾਲ ਚੱਲਣਾ। ਕਿਉਂਕਿ ਜਿੱਥੇ ਤੁਸੀਂ ਤੁਰਦੇ ਹੋ ਉੱਥੇ ਇਹ ਨਾ ਸਮਝਣਾ ਕਿ ਅਸੀਂ ਸੰਗੇ ਮਰਮਰ ਦੀ ਸਿੱਲ ਤੇ ਪੈਰ ਰੱਖ ਕੇ ਤੁਰ ਰਹੇ ਹਾਂ, ਬਲਕਿ ਉਹ ਜਿਹੜੀ ਸਿੱਲ ਤੁਹਾਨੂੰ ਅੱਜ ਨਜ਼ਰ ਆ ਰਹੀ ਹੈ, ਸਾਨੂੰ ਨਜ਼ਰ ਆ ਰਹੀ ਹੈ, ਪਤਾ ਨਹੀਂ ਕਿੰਨੇ ਕੁ ਗੁਰੂ ਕੇ ਪਿਆਰ ਵਾਲਿਆਂ ਨੇ ਆਪਣਾ ਸੀਸ ਗੁਰੂ ਕੇ ਚਰਨਾਂ ਵਿੱਚ ਭੇਟਾ ਕੀਤਾ, ਕਿੰਨਿਆਂ ਕੋ ਸਿੱਖਾਂ ਨੇ ਆਪਣਾ ਲਹੂ ਡੋਲਿਆ, ਸ਼ਹੀਦੀਆਂ ਦਿੱਤੀਆਂ, ਤੇ ਅੱਜ ਸਾਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਪ੍ਰਾਪਤ ਹੋ ਰਹੇ ਨੇ। ਸੋ ਕਹਿਣ ਦਾ ਭਾਵ ਜਿੱਥੇ ਆਲਸ ਦੀ ਲੋੜ ਹੋਵੇ ਉੱਥੇ ਆਲਸ ਕਰਨਾ ਹੈ, ਮਾੜੇ ਕੰਮ ਲਈ ਆਲਸ ਕਰਨਾ ਹੈ, ਪਰ ਚੰਗੇ ਕੰਮ ਵਾਸਤੇ ਸਿੱਖ ਨੇ ਆਲਸ ਨਹੀਂ ਕਰਨਾ। ਤੇ ਬਾਬਾ ਪ੍ਰਿਥੀ ਚੰਦ ਜੀ ਮਾੜੇ ਕੰਮ ਵਾਲੇ ਪਾਸੇ ਤੋਂ ਜਦੋਂ ਇਹ ਤੋਰਨ ਦੀ ਪ੍ਰੇਰਨਾ ਦੇ ਰਹੇ ਨੇ ਤੇ ਬਾਬਾ ਮਹਾਦੇਵ ਨਹੀਂ ਤੁਰਦੇ, ਉਹ ਕਹਿੰਦੇ ਨੇ ਤੂੰ ਤੇ ਆਲਸੀ ਸੁਭਾਅ ਦਾ ਹੈ, ਇਸੇ ਤਰ੍ਹਾਂ ਘਰ ਦੇ ਵਿੱਚ ਹੀ ਬੈਠਾ ਰਹਿਣਾ ਹੈ। ਸਵਈਆ ਛੰਦ ਮਹਾਦੇਵ ਤੁਮ ਸੁਨੋ ਭਰਾਤ ਜੀ, ਜੇ ਅਬ ਉਦਮ ਕਰ ਹੋ ਨਾਹੇ। ਅੱਗੋਂ ਬੜੇ ਪਿਆਰ ਨਾਲ ਪ੍ਰੇਰਨਾ ਦੇ ਕੇ ਬਾਬਾ ਪ੍ਰਿਥੀ ਚੰਦ ਬਾਬਾ ਮਹਾਦੇਵ ਨੂੰ ਆਖਦੇ ਹੈ ਕਿ ਮੈਂ ਤੈਨੂੰ ਇਹ ਗੱਲ ਸਮਝਾਉਣਾ ਚਾਹੁੰਦਾ, ਤੂੰ ਮੇਰਾ ਭਰਾ ਹੈ, ਮੈਂ ਤੇਰਾ ਭਲਾ ਚਾਹੁੰਦਾ ਹੈ, ਇਸ ਕਰਕੇ ਮੈਂ ਤੈਨੂੰ ਕਹਿਣਾ ਕਿ ਜੇ ਤੂੰ ਹੁਣ ਉਦਮ ਨਹੀਂ ਕਰਦਾ, ਹੁਣ ਆਲਸ ਨਹੀਂ ਛੱਡਦਾ ਹੈ। ਸ਼ਤਰ ਸਹੋਦਰ ਨੇ ਸਭ ਲੀਨਸ। ਤੇ ਫਿਰ ਜਿਹੜਾ ਸ਼ਤਰੂ ਸਾਡਾ ਭਰਾ ਹੈ, ਇੱਕ ਵਾਰ ਸਾਰੇ ਗੁਰੂ ਕੀ ਗੋਦ ਵਿੱਚ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਗੁਰੂ ਅਰਜਨ ਦੇਵ ਜੀ, ਧੰਨ ਧੰਨ
ਗੁਰੂ ਅਰਜਨ ਦੇਵ ਜੀ। ਇਹ ਬਾਬੇ ਪ੍ਰਿਥੀ ਚੰਦ ਦੇ ਮੁਖ ਤੋਂ ਬੋਲ ਨੇ। ਗੁਰੂ ਅਰਜਨ ਸਾਹਿਬ ਨੇ ਤੇ ਦੁਸ਼ਮਣ ਨੂੰ ਵੀ ਦੁਸ਼ਮਣ ਨਹੀਂ ਆਖਿਆ। ਉਹ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨੇ। ਉਹ ਤਾਂ ਦੁਸ਼ਮਣ ਨੂੰ ਵੀ ਆਪਣਾ ਸਮਝਦੇ ਆ। ਪਰ ਬਾਬੇ ਪ੍ਰਿਥੀ ਚੰਦ ਦੇ ਅੰਦਰ ਦਾ ਇਹ ਸੁਭਾਅ, ਉਹ ਭਰਾ ਨੂੰ ਵੀ ਦੁਸ਼ਮਣ ਵੈਰੀ ਕਰਕੇ ਇਸ ਤਰੀਕੇ ਨਾਲ ਬਿਆਨ ਕਰਦੇ ਨੇ ਕਿ ਸਾਰਾ ਕੁਝ ਜਿਹੜਾ ਗੁਰੂ ਨਾਨਕ ਦੇ ਘਰ ਦੀ ਵਡਿਆਈ ਸੀ, ਗੁਰੂ ਰਾਮਦਾਸ ਪਾਤਸ਼ਾਹ ਦੀ ਦਰ ਦੀ ਵਡਿਆਈ ਸੀ, ਗੁਰਗੱਦੀ ਸਾਡੇ ਛੋਟੇ ਭਰਾ ਨੇ ਲੈ ਲਈ ਹੈ। ਹਮਰੋ ਬੰਸ ਕਹਾਂ ਤੇ ਖਾਹੇ। ਤੇ ਫਿਕਰ ਇਸ ਗੱਲ ਦਾ ਪਿਆ ਹੋਇਆ ਹੈ ਕਿ ਸਾਡਾ ਵੰਸ਼ ਕੀ ਖਾਏਗਾ, ਸਾਡੇ ਪੁੱਤ ਪੋਤਰੇ ਅੱਗੇ ਕੀ ਖਾਣਗੇ। ਜੇ ਅਬ ਮੁਝ ਤੇ ਲਈ ਗਈ ਨਹਿ। ਤੇ ਇਹ ਵੱਲ ਛਲ ਕਰਕੇ ਹੁਣ ਸੋਚਦਾ ਹੈ ਕਿ ਜੇ ਉਹ ਗੁਰਗੱਦੀ ਹੁਣ ਨਾ ਮੈਂ ਪ੍ਰਾਪਤ ਕੀਤੀ, ਇਸ ਵਕਤ ਮੈਂ ਗੁਰਗੱਦੀ ਨੂੰ ਖੋਹਣ ਦਾ ਜੇ ਹੁਣ ਉਪਰਾਲਾ ਨਾ ਕੀਤਾ, ਪੁਨ ਗੁਰਤਾ ਕਿਮ ਕੋਲੇ ਪਾਹੇ। ਤੇ ਮੇਰੇ ਤੋਂ ਬਾਅਦ ਵਿੱਚ ਫਿਰ ਕੌਣ, ਕਿਹੜਾ ਇੰਨੀ ਤਾਕਤ ਉਦਮ ਦਿਖਾਏਗਾ ਜਿਹੜਾ ਇਹ ਗੁਰਗੱਦੀ ਫੇਰ ਕਿਤੇ ਪ੍ਰਾਪਤ ਕਰ ਲਵੇ। ਮੈਂ ਸਮਰੱਥ ਹਾਂ ਲੈਬੇ ਕੋ ਇਹ। ਉਹਦੇ ਮਨ ਵਿੱਚ ਇਹ ਸੋਚ ਸੀ ਕਿ ਸ਼ਾਇਦ ਮੈਂ ਆਪਣੇ ਤਰੀਕੇ ਨਾਲ ਵੱਲ ਛਲ ਹੇਰੀਆਂ ਫੇਰੀਆਂ ਕਰਕੇ ਸ਼ਾਇਦ ਇਹ ਗੱਦੀ ਪ੍ਰਾਪਤ ਕਰ ਲਾਂਗਾ। ਪਰ ਇਹ ਭੁੱਲ ਗਿਆ ਹੈ ਕਿ ਇਹ ਚਤਰਾਈਆਂ ਤੇ ਸਿਆਣਪਾਂ ਦੇ ਨਾਲ ਇਹ ਦਾਤ ਨਹੀਂ ਮਿਲਦੀ। ਇੱਥੇ ਤੇ ਇਹ ਬਖਸ਼ਿਸ਼ ਹੈ, ਜਿਹਦੇ ਤੇ ਬਖਸ਼ਿਸ਼ ਹੋ ਜਾਏ, ਗੁਰੂ ਖੁਸ਼ ਹੋ ਜਾਏ, ਕਿਰਪਾ ਕਰ ਦਵੇ, ਉਹਨੂੰ ਹੀ ਇਹ ਦਾਤ ਪ੍ਰਾਪਤ ਹੋਇਆ ਕਰਦੀ ਹੈ। ਪਰ ਬਾਬਾ ਪ੍ਰਿਥੀ ਚੰਦ ਆਪਣੇ ਵੱਲ ਛਲ ਵਰਤਦਾ ਹੈ ਕਿ ਮੈਂ ਹੁਣ ਸਮਰੱਥ ਹਾਂ ਤੇ ਮੈਂ ਇਹ ਦਾਤ ਜਿਹੜੀ ਗੁਰੂ ਨਾਨਕ ਦੇ ਘਰ ਦੀ, ਇਹ ਗੁਰਗੱਦੀ ਮੇਰੇ ਛੋਟੇ ਭਰਾ ਅਰਜਨ ਨੇ ਸਾਂਭੀ ਹੈ, ਇਹ ਮੈਂ ਪ੍ਰਾਪਤ ਕਰਨੀ ਹੈ। ਬਿਲਮ ਜਾਨ ਕੀ ਦਿੱਲੀ ਮਾਹੇ। ਮੇਰਾ ਬਸ ਦਿੱਲੀ ਜਾਣ ਦੀ ਦੇਰੀ ਹੈ, ਭਾਵ ਹਕੂਮਤ ਕੋਲ, ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰਨ ਦੀ ਦੇਰੀ ਹੈ। ਤੇ ਬਾਦਸ਼ਾਹ ਮੇਰੇ ਵੱਲ ਦੀ ਗੱਲ ਕਰਕੇ ਇਹ ਗੱਦੀ ਤਾਕਤ ਦੇ ਨਾਲ ਇਹ ਮੈਨੂੰ ਜ਼ਰੂਰ ਦਵਾ ਦੇਵੇਗਾ। ਮੇਰੋ ਕਿਆ ਬਿਗੜੈ ਕੋ ਕਹਾ ਤੂੰ। ਆਪਣੇ ਭਰਾ ਮਹਾਦੇਵ ਨੂੰ ਬਾਬਾ ਪ੍ਰਿਥੀ ਚੰਦ ਇਹ ਗੱਲ ਆਖਦੇ ਨੇ, ਮੇਰਾ ਕੀ ਵਿਗੜੇਗਾ, ਮੈਂ ਤੇ ਜਾ ਕਰਕੇ ਕੇਵਲ ਬਾਦਸ਼ਾਹ ਦੇ ਕੋਲ ਆਪਣੀ ਗੱਲ ਰੱਖਣੀ ਹੈ। ਮਹਿਮਾ ਇਸ ਕੀ ਜਗਤ ਵਿਸਾਲ। ਇਹ ਤੇ ਗੁਰੂ ਗੱਦੀ ਦੀ ਬਹੁਤ ਵੱਡੀ ਵਡਿਆਈ ਹੈ, ਜਿਹਨੂੰ ਪ੍ਰਾਪਤ ਹੋ ਜਾਂਦੀ ਹੈ ਲੋਕ ਉਹਦਾ ਸਤਿਕਾਰ ਕਰਦੇ ਹਨ। ਦਰਬ ਪਦਾਰਥ ਅਦਕ ਅਨੂਠੇ। ਪਰ ਇਹ ਨਹੀਂ ਪਤਾ ਕਿ ਇਹ ਤੇ ਗੁਰਗੱਦੀ ਜਿੱਥੇ ਵੱਡੀ ਵੱਡੀ ਕੁਰਬਾਨੀ ਵੀ ਦੇਣੀ ਪੈ ਸਕਦੀ ਹੈ, ਪਰ ਉਹਦਾ ਧਿਆਨ ਹੈ ਕਿ ਇਹ ਧਨ, ਇਹ ਪਦਾਰਥ ਜਿਹੜੀਆਂ ਸੰਗਤਾਂ ਭੇਟਾ ਕਰਦੀਆਂ ਹਨ। ਚਾਹੁ ਦਿਸ਼ ਤੇ ਆ ਮੈਂ ਤਤਕਾਲ। ਦੇਸ਼ ਵਿਦੇਸ਼ ਦੇ ਵਿੱਚ ਸੰਗਤ ਰਹਿੰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਵੇਲੇ ਮੋਹਸਨ ਫਾਨੀ ਆਦਿਕ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਹਿੰਦੁਸਤਾਨ, ਅਫਗਾਨਿਸਤਾਨ ਤੇ ਦੂਰ ਦੁਰਾਡੇ ਦਾ ਕੋਈ ਐਸਾ ਦੇਸ਼ ਨਹੀਂ ਸੀ ਰਹਿ ਗਿਆ ਕਿ ਜਿੱਥੇ ਸਿੱਖਾਂ ਦੀ ਵਸੋਂ ਨਾ ਹੋਵੇ। ਤੇ ਬੇਅੰਤ ਸੰਗਤਾਂ ਕੀਮਤੀ ਭੇਟਾਵਾਂ ਗੁਰੂ ਕੇ ਦਰਬਾਰ ਦੇ ਵਿੱਚ ਚੜਾਇਆ ਕਰਦੀਆਂ ਸਨ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਮਸੰਦ ਪ੍ਰਥਾ ਦੇ ਰਾਹੀਂ ਦਸਵੰਧ ਲੈ ਕੇ ਆਉਣ ਦੀ ਇੱਕ ਪਰੰਪਰਾ ਕਾਇਮ ਕੀਤੀ ਸੀ, ਜਿਹਦੇ ਰਾਹੀਂ ਆ ਜਿਹੜੀ ਨਗਰੀ ਦੇ ਹੁਣ ਤੁਸੀਂ ਦਰਸ਼ਨ ਕਰਦੇ ਹੋ, ਸ਼੍ਰੀ ਅੰਮ੍ਰਿਤਸਰ ਸਾਹਿਬ, ਇਹ ਪਾਵਨ ਨਗਰੀ, ਗੁਰੂ ਰਾਮਦਾਸ ਪਾਤਸ਼ਾਹ ਨੇ ਇੱਕ ਉਜਾੜ ਥਾਂ ਤੇ ਆਪ ਮੋਹਰੀ ਗੱਡ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਵਸਾਇਆ। ਤੇ ਇਹ ਉਸ ਸਮੇਂ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਵਪਾਰਕ ਕੇਂਦਰ ਜਿਹੜਾ ਸੀਗਾ ਬਣਿਆ ਸੀਗਾ। ਆਰਥਿਕ ਪੱਖੋਂ ਸਿੱਖ ਇਸ ਨਗਰੀ ਦੇ ਰਾਹੀਂ ਖੁਸ਼ਹਾਲ ਹੋਏ, ਵਪਾਰ ਕਰਨ ਲੱਗ ਪਏ। ਇਸ ਤਰ੍ਹਾਂ ਸਿੱਖਾਂ ਦਾ ਵਪਾਰ ਵਾਲੇ ਪਾਸੇ ਵਾਧਾ ਹੋ ਗਿਆ। ਸਤਿਗੁਰੂ ਪਾਤਸ਼ਾਹ ਕੋਲ ਜਿਹੜਾ ਦਸਵੰਧ ਮਸੰਦ ਲੈ ਕੇ ਆਉਂਦੇ ਸੀ, ਉਹ ਨਗਰ ਨੂੰ ਵਸਾਉਣ ਵਾਸਤੇ, ਲੰਗਰ ਦੇ ਵਾਸਤੇ, ਜਾਂ ਹੋਰ ਸਿੱਖਾਂ ਦੇ ਭਲੇ ਵਾਸਤੇ, ਕਿਤੇ ਖੂਹ ਲਵਾਉਣ ਵਾਸਤੇ, ਜਾਂ ਕਿਤੇ ਕਾਲ ਪੀੜਤਾਂ ਦੀ ਮਦਦ ਵਾਸਤੇ, ਜਾਂ ਦਵਾ ਦਾਰੂ ਵਾਸਤੇ ਸਤਿਗੁਰੂ ਪਾਤਸ਼ਾਹ ਵਰਤਿਆ ਕਰਦੇ ਸੀ। ਗੁਰੂ ਸਾਹਿਬ ਆਪਣੇ ਨਿੱਜ ਵਾਸਤੇ ਇਹ ਧਨ ਨਹੀਂ ਸੀ ਵਰਤਦੇ। ਉਹ ਇਤਿਹਾਸ ਦਾ ਪੱਖ ਹੈ। ਏਸ਼ੀਆ ਦਾ ਸਭ ਤੋਂ ਪਹਿਲਾ ਕੋੜੀ ਘਰ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਣਵਾਉਣਾ ਕੀਤਾ ਸੀਗਾ। ਜਿਵੇਂ ਆ ਭਿਆਨਕ ਮਹਾਮਾਰੀ ਫੈਲੀ ਪਿਛਲੇ ਸਮੇਂ ਦੇ ਵਿੱਚ, ਇਸ ਤਰੀਕੇ ਦੀਆਂ ਮਹਾਮਾਰੀਆਂ ਕਰੋਨਾ ਵਰਗੀਆਂ ਉਹਨਾਂ ਸਮਿਆਂ 'ਚ ਵੀ ਫੈਲਦੀਆਂ ਰਹੀਆਂ। ਤੇ ਸਤਿਗੁਰੂ ਸਾਹਿਬਾਨ ਉਹਨਾਂ ਥਾਵਾਂ ਤੇ ਵੀ ਮਦਦ ਕਰਦੇ ਸੀਗੇ ਜਿੱਥੇ ਪਾਣੀ ਦੀ ਲੋੜ ਹੁੰਦੀ ਸੀਗੀ। ਅੱਜ ਵੀ ਤੁਸੀਂ ਛੇ ਹਰਟਾ ਸਾਹਿਬ ਦਰਸ਼ਨ ਕਰਨ ਜਾਂਦੇ ਹੋ। ਛੇ ਹਰਟਾ, ਜਿੱਥੇ ਛੇ ਹਰਟਾਂ ਵਾਲਾ ਖੂਹ, ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੋਣ ਤੇ ਗੁਰੂ ਨਾਨਕ ਸਾਹਿਬ ਦੀ ਇਹ ਦਾਤ ਜਾਣ ਕੇ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਲਗਵਾਇਆ ਸੀ। ਅੱਜ ਵੀ ਉਹ ਅਸਥਾਨ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਕਰਕੇ, ਛਿਆਟਾ ਸਾਹਿਬ ਕਰਕੇ ਸਾਰੀ ਸੰਗਤ ਜਾਣਦੀ। 2 ਹਰਟੇ ਖੂਹ, 3 ਹਰਟੇ ਖੂਹ,
ਇਸ ਤਰ੍ਹਾਂ ਮਨੁੱਖਤਾ ਦੀ ਸੇਵਾ ਵਿੱਚ ਹੀ ਇਹ ਸੰਗਤ ਦਾ ਧਨ ਸਤਿਗੁਰੂ ਜੀ ਵਰਤਿਆ ਕਰਦੇ ਸਨ। ਪਰ ਬਾਬਾ ਪ੍ਰਿਥੀ ਚੰਦ ਦੀ ਸੁਰਤ ਹੈ ਕਿ ਇਹ ਧਨ ਪਦਾਰਥ ਆਉਂਦਾ ਹੈ ਤੇ ਮੈਂ ਇਹ ਆਪਣੀ ਐਸ਼ ਵਾਸਤੇ ਵਰਤਣਾ ਹੈ, ਤੇ ਇਸ ਤਰੀਕੇ ਦੇ ਨਾਲ ਗੱਲਾਂ ਕਰਦਾ ਹੈ ਕਿ ਬਹੁਤ ਸਾਰਾ ਧਨ ਜੇ ਮੈਂ ਗੁਰਗੱਦੀ ਤੇ ਬੈਠ ਗਿਆ ਤੇ ਮੇਰੇ ਕੋਲ ਆਉਣ ਲੱਗ ਪਵੇਗਾ। ਝਗਰਤ ਕੈਦ ਹੋਏ ਤਬ ਹੌਰਾ, ਕਿ ਮੈਂ ਬਾਦਸ਼ਾਹ ਕੋਲ ਸ਼ਿਕਾਇਤਾਂ ਕਰਕੇ ਆਪਣੇ ਭਰਾ ਸਭ ਤੋਂ ਛੋਟੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿੰਦਾ ਮੈਂ ਲੜਾਈ ਕਰਕੇ ਉਹਨੂੰ ਕੈਦ ਕਰਵਾ ਦੇਵਾਂਗਾ, ਤੇ ਜਦੋਂ ਕੈਦ ਹੋ ਜਾਣਗੇ ਤੇ ਆਪੇ ਉਹਨਾਂ ਦਾ ਜਿਹੜਾ ਤੇਜ ਪ੍ਰਤਾਪ ਘਟ ਜਾਵੇਗਾ। ਹੇਰੇਂਗੇ ਨਰ ਦੇਸ਼ਨ ਜਾਲ, ਜਦੋਂ ਲੋਕ ਵੇਖਣਗੇ ਦੇਸ਼ਾਂ ਵਿਦੇਸ਼ਾਂ ਦੇ ਕਿ ਇਹਨੂੰ ਤੇ ਬਾਦਸ਼ਾਹ ਨੇ ਕੈਦ ਕਰ ਲਿਆ ਹੈ, ਪੁਨੇ ਉਪਾਇ ਨ ਅਰਪੇਂਗੇ ਨਹਿ, ਤੇ ਫਿਰ ਭੇਟਾਵਾਂ ਆਦਿਕ ਸੰਗਤਾਂ ਜਿਹੜੀਆਂ ਨੇ ਲਿਆ ਕੇ ਇਹ ਨਹੀਂ ਅਰਪਣ ਕਰਨਗੀਆਂ। ਕਿਤਕ ਦਿਵਸ ਮੈਂ ਹੋਏ ਅਸਹਾਲ, ਤੇ ਫਿਰ ਕੁਝ ਕੁ ਦਿਨਾਂ ਵਿੱਚ ਉਹਦਾ ਵੀ ਇਹੋ ਜਿਹਾ ਹਾਲ ਹੋ ਜਾਵੇਗਾ। ਹਮ ਦੋਨੋਂ ਲਗ ਐਸ਼ਰਜ ਮਾਹੀ, ਕਹਿੰਦੇ ਫਿਰ ਅਸੀਂ ਦੋਵੇਂ ਜਾਣੇ ਜਿਹੜੇ ਨੇ ਜਿਹੜਾ ਧਨ ਪਦਾਰਥ ਦੇ ਪੱਖੋਂ ਅਜੇ ਸਾਡੇ ਕੋਲ ਇੰਨੀ ਸੰਪਦਾ ਨਹੀਂ ਹੈ, ਸਾਰੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਸੰਗਤਾਂ ਚੜਾ ਦਿੰਦੀਆਂ। ਇਹ ਗੱਲ ਵੱਖਰੀ ਹੈ ਕਿ ਭਾਈ ਗੁਰਦਾਸ ਜੀ ਆਦਿਕ ਮਹਾਨ ਗੁਰਸਿੱਖਾਂ ਨੇ ਜਿਸ ਵਕਤ ਬਾਬੇ ਪ੍ਰਿਥੀ ਚੰਦ ਨੇ ਸਾਰਾ ਧਨ ਆਪ ਸਾਂਭ ਲਿਆ ਕਰਦੇ ਸੀ ਤੇ ਲੰਗਰ ਛਕਣ ਵਾਸਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲ ਸੰਗਤਾਂ ਨੂੰ ਭੇਜ ਦਿਆ ਕਰਦੇ ਸੀ ਨਾ, ਤੇ ਉਸ ਵਕਤ ਲੰਗਰ ਮਸਤਾਨੇ ਹੋਣ ਤੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਦੀ ਵੀ ਕਿਸੇ ਤਰੀਕੇ ਦੇ ਨਾਲ ਰੱਬ ਨੂੰ ਕੋਈ ਸ਼ਿਕਵਾ ਨਹੀਂ ਕੀਤਾ, ਬਲਕਿ ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਬਿਹਾਤ ਕਰਕੇ ਭੁੱਜੇ ਹੋਏ ਛੋਲੇ ਖਾ ਕੇ ਮੁੱਠੀ ਮੁੱਠੀ ਛੋਲਿਆਂ ਦਾ ਛਕ ਕੇ ਉਸ ਵਕਤ ਵੀ ਮਾਲਕ ਦਾ ਸ਼ੁਕਰਾਨਾ ਕੀਤਾ। ਇਹ ਗੱਲ ਵੱਖਰੀ ਹੈ ਕਿ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਆਦਿਕ ਗੁਰਸਿੱਖ ਜਿੱਥੇ ਗੁਰਦੁਆਰਾ ਹੁਣ ਪਿਪਲੀ ਸਾਹਿਬ ਹੈ ਇਸ ਅਸਥਾਨ ਵਾਲੇ ਪਾਸੇ ਬਾਰ-ਬਾਰ ਹੋ ਕੇ ਨਾ ਸੰਗਤਾਂ ਨੂੰ ਫਿਰ ਸੁਚੇਤ ਕਰਦੇ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਗੁਰਗੱਦੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਹੈ, ਬਾਬੇ ਪ੍ਰਿਥੀ ਚੰਦ ਨੂੰ ਇਹ ਦਾਤ ਨਹੀਂ ਮਿਲੀ। ਉਹ ਆਪਣੀਆਂ ਚਾਲਾਂ ਚੱਲਦਾ, ਹੌਲੀ ਹੌਲੀ ਸੰਗਤਾਂ ਤੱਕ ਇਹ ਗੱਲ ਪਹੁੰਚੀ ਸੀ ਤੇ ਬਾਬਾ ਪ੍ਰਿਥੀ ਚੰਦ ਜਿਹੜਾ ਸੀ ਲੋਕਾਂ ਦੇ ਵਿੱਚ ਦੁਸ਼ਪ੍ਰਚਾਰ ਕਰਦਾ ਸੀ, ਉਹਦੇ ਬਾਰੇ ਵੀ ਸੰਗਤ ਸੁਚੇਤ ਹੋ ਚੁੱਕੀ ਸੀ। ਹੁਣ ਸੰਗਤ ਨੂੰ ਤੇ ਇਸ ਤਰੀਕੇ ਦੇ ਨਾਲ ਭਰਮਾ ਨਹੀਂ ਸੀ ਪਾ ਰਿਹਾ। ਹੁਣ ਇਹ ਸੋਚਦਾ ਹੈ ਕਿ ਮੈਂ ਰਾਜੇ ਕੋਲ ਸਮੇਂ ਦੇ ਬਾਦਸ਼ਾਹ ਦੇ ਕੋਲ ਜਾ ਕਰਕੇ ਸ਼ਿਕਾਇਤ ਕਰਾਂਗਾ ਗਾਦੀ ਬੈਠ ਭਇਓ ਧਨਵਾਨ, ਕਿ ਸਾਡੇ ਕੋਲ ਅੱਜ ਧਨ ਨਹੀਂ ਹੈ, ਸਾਡਾ ਭਰਾ ਜਿਹੜਾ ਹੈ ਸਾਡੇ ਨਾਲੋਂ ਵੱਧ ਸੁਖੇਲਾ ਹੈ, ਉਹਦੇ ਕੋਲ ਧਨ ਪਦਾਰਥ ਸੰਗਤਾਂ ਬਹੁਤ ਚੜਾਉਂਦੀਆਂ ਨੇ, ਉਹ ਗੁਰਗੱਦੀ ਤੇ ਬੈਠਾ ਹੈ, ਇਸ ਕਰਕੇ ਉਹਦੇ ਕੋਲ ਸਭ ਕੁਝ ਇਹ ਸੰਗਤਾਂ ਚੜਾ ਰਹੀਆਂ ਹਨ। ਚਹੁ ਦਿਸ਼ ਤੇ ਗਨ ਸੰਗਤ ਸਿੱਖਨ, ਕਿ ਜਦੋਂ ਚਾਰੇ ਪਾਸੇ ਤੋਂ ਦੇਸ਼ ਵਿਦੇਸ਼ ਤੋਂ ਬਹੁਤ ਵੱਡੇ ਪੱਧਰ ਤੇ ਸੰਗਤਾਂ ਇੱਥੇ ਆਉਂਦੀਆਂ ਹਨ, ਅਨਗਨ ਦਰਬ ਵਸਤ ਦੇ ਆਨ, ਲਿਆ ਕਰਕੇ ਕੀਮਤੀ ਤੋਂ ਕੀਮਤੀ ਭੇਟਾਵਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਦੇ ਵਿੱਚ ਸੰਗਤਾਂ ਭੇਟਾ ਕਰਦੀਆਂ ਹਨ। ਤੂੰ ਕਿਮ ਜਰੇ ਜਰੇ ਨਹਿ ਉਰ ਮੈਂ, ਬਾਬਾ ਪ੍ਰਿਥੀ ਚੰਦ ਛੋਟੇ ਭਰਾ ਮਹਾਦੇਵ ਨੂੰ ਕਹਿੰਦਾ ਹੈ ਕਿ ਮੇਰੇ ਕੋਲੋਂ ਇਹ ਗੱਲ ਜਰੀ ਨਹੀਂ ਜਾਂਦੀ, ਬਰਦਾਸ਼ਤ ਨਹੀਂ ਕੀਤੀ ਜਾਂਦੀ, ਤੂੰ ਪਤਾ ਨਹੀਂ ਕਿਹੜੇ ਤਰੀਕੇ ਨਾਲ ਇਹ ਸਭ ਕੁਝ ਬਰਦਾਸ਼ਤ ਕਰ ਲੈਣਾ ਹੈ ਕਿ ਗੁਰੂ ਅਰਜਨ ਸਾਹਿਬ ਦਾ ਸਤਿਕਾਰ ਹੋ ਰਿਹਾ ਹੈ, ਪਰ ਮੇਰੇ ਕੋਲੋਂ ਇਹ ਸਤਿਕਾਰ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੈ। ਹਮ ਤੀਨੋਂ ਇੱਕ ਪਿਤ ਕੇ ਜਾਨ, ਫਿਰ ਤੈਨੂੰ ਪਤਾ ਹੈ ਕਿ ਆਪਾਂ ਤਿੰਨੇ ਭਰਾ ਇੱਕੋ ਪਿਤਾ ਦੀ ਸੰਤਾਨ ਹਾਂ, ਗੁਰੂ ਰਾਮਦਾਸ ਪਾਤਸ਼ਾਹ ਦੇ ਆਪਾਂ ਤਿੰਨੋਂ ਹੀ ਪੁੱਤਰ ਹਾਂ। ਇੱਕ ਮਾਲਕ ਦਵੈ ਰਹਿ ਸੋ ਛੂਛੇ, ਇੱਕ ਮਾਲਕ ਬਣ ਕਰਕੇ ਬੈਠਾ ਰਹੇ ਤੇ ਦੋ ਜਾਣੇ ਖਾਲੀ ਰਹਿ ਜਾਣ, ਏਮ ਅਨੀਤੋ ਮਨ ਮਹਿਮਾਨ, ਇਹ ਤੇ ਬਹੁਤ ਮਾੜੀ ਗੱਲ ਹੈ। ਹਾਲਾਂਕਿ ਗੁਰੂ ਸਾਹਿਬ ਮਹਾਰਾਜ ਜੀ ਨੇ ਐਸਾ ਕੋਈ ਕਾਰਜ ਨਹੀਂ ਕੀਤਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਇਲਾਕੇ ਦੇ ਵਪਾਰ ਦੇ ਵਜੋਂ ਜੋ ਟੈਕਸ ਮਿਲਦਾ ਸੀ ਉਹ ਵੀ ਬਾਬਾ ਪ੍ਰਿਥੀ ਚੰਦ ਜੀ ਸਾਂਭਦੇ ਸਨ। ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਧਨ ਦਾ ਲੋਭ ਨਹੀਂ ਸੀ ਦਿਖਾਇਆ, ਕੋਈ ਪਦਾਰਥਾਂ ਦਾ ਲੋਭ ਨਹੀਂ ਸੀ ਦਿਖਾਇਆ, ਪਰ ਸੰਗਤ ਜਿੱਥੋਂ ਮੰਨ ਲਓ ਕਿਸੇ ਨੂੰ ਪਿਆਸ ਲੱਗੀ ਹੋਵੇ ਤੇ ਜਿੱਥੋਂ ਪਿਆਸ ਬੁਝਦੀ ਹੈ ਉਹਨੇ ਉੱਥੇ ਜਾ ਕਰਕੇ ਹੀ ਝੁਕਣਾ ਹੈ, ਉੱਥੇ ਜਾ ਕਰਕੇ ਹੀ ਸੀਸ ਨਿਵਾਉਣਾ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖਾਂ ਦੇ ਮਨ ਦੇ ਸ਼ੰਕੇ ਦੂਰ ਕਰਦੇ ਨੇ, ਉਹਨਾਂ ਦੇ ਮਨ ਦੀ ਪਿਆਸ ਦੂਰ ਕਰਦੇ ਨੇ, ਉਹਨਾਂ ਦੇ ਮਨ ਦੀ ਆਤਮਿਕ ਭੁੱਖ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੂਰ ਕਰਕੇ ਉਹਨਾਂ ਦੀਆਂ ਭੁੱਖਾਂ ਗਵਾਉਂਦੇ ਨੇ। ਇਸ ਕਰਕੇ ਸੰਗਤਾਂ ਜਿਹੜੀਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ ਉਹਨਾਂ ਦੀ ਕਥਨੀ ਕਰਨੀ ਨੂੰ ਵੇਖ ਕਰਕੇ
ਉਹ ਲਿਆ ਕੇ ਭੇਟਾਵਾਂ ਗੁਰੂ ਕੇ ਚਰਨਾਂ ਦੇ ਵਿੱਚ ਭੇਟਾ ਕਰਦੀਆਂ ਨੇ। ਜਦੋਂ ਇਹ ਸ਼ਬਦ ਆਪਾਂ ਭੇਟਾ ਵਰਤਦੇ ਹਾਂ, ਧਿਆਨ ਰੱਖਣਾ, ਗੁਰੂ ਨੂੰ ਕੋਈ ਦਾਨ ਨਹੀਂ ਦਿਆ ਕਰਦਾ। ਜਿਹੜੇ ਆਪਣੇ ਤੋਂ ਵੱਡੇ ਹੁੰਦੇ ਨੇ ਉਹਨਾਂ ਨੂੰ ਦਾਨ ਨਹੀਂ ਦਿੱਤਾ ਜਾਂਦਾ, ਵੱਡਿਆਂ ਨੂੰ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਤੇ ਵੱਡੇ ਛੋਟਿਆਂ ਨੂੰ ਦਾਨ ਕਰਿਆ ਕਰਦੇ ਨੇ। ਸਿੱਖ ਜਦੋਂ ਵੀ ਗੁਰੂ ਨੂੰ ਕੋਈ ਚੀਜ਼ ਅਰਪਣ ਕਰਦਾ ਹੈ, ਕਿਉਂਕਿ ਸਿੱਖ ਛੋਟਾ ਹੈ, ਗੁਰੂ ਵੱਡਾ ਹੈ, ਸਭ ਕੁਝ ਦਿੱਤਾ ਉਸੇ ਦਾ ਹੈ, ਇਸ ਕਰਕੇ ਅਸੀਂ ਕੇਵਲ ਉਹਨੂੰ ਭੇਟਾ ਦਿੰਦੇ ਹਾਂ। ਛੋਟੇ ਵੱਡਿਆਂ ਨੂੰ ਭੇਟਾ ਦਿਆ ਕਰਦੇ ਨੇ। ਇਸ ਕਰਕੇ ਸਿੱਖ ਸੰਗਤ ਸਭ ਕੁਝ ਦਿੱਤਾ ਹੋਇਆ ਗੁਰੂ ਦਾ ਜਾਣ ਕੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਲਿਆ ਕੇ ਗੁਰੂ ਕੇ ਚਰਨਾਂ ਵਿੱਚ ਸੰਗਤਾਂ ਭੇਟਾ ਕਰਦੀਆਂ ਸਨ। ਜੋ ਕਿਸੇ ਨੂੰ ਚੰਗੀ ਚੀਜ਼ ਲੱਗਦੀ ਸੀ ਉਹ ਗੁਰੂ ਚਰਨਾਂ ਵਿੱਚ ਸੰਗਤ ਭੇਟਾ ਕਰਿਆ ਕਰਦੀ ਸੀ। ਪਾਤਸ਼ਾਹ ਪੈ ਕਰੋ ਪੁਕਾਰਨ। ਪਰ ਬਾਬਾ ਪ੍ਰਿਥੀ ਚੰਦ ਇਹ ਗੁਰੂ ਘਰ ਦੀ ਵਡਿਆਈ ਵੇਖ ਕੇ ਖੁਸ਼ ਹੋਣ ਦੀ ਥਾਂ, ਜਿਵੇਂ ਸੂਰਜ ਚੜ੍ਹਦਾ ਹੈ ਨਾ, ਤੇ ਜਿਸ ਵਕਤ ਚਮਗਿੱਦੜ ਆਦਿਕ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਉਹਦੀ ਰੋਸ਼ਨੀ ਚੰਗੀ ਨਹੀਂ ਲੱਗਦੀ, ਗੁਰੂ ਅਰਜਨ ਸਾਹਿਬ ਦੀ ਵਡਿਆਈ ਜਿਹੜੀ ਹੈ ਬਾਬੇ ਪ੍ਰਿਥੀ ਚੰਦ ਕੋ ਜਰੀ ਨਹੀਂ ਜਾਂਦੀ। ਤੇ ਉਹ ਸੋਚਦਾ ਹੈ ਕਿ ਹੁਣ ਮੈਂ ਜਾ ਕੇ ਸਮੇਂ ਦੇ ਬਾਦਸ਼ਾਹ ਦੇ ਕੋਲ ਜਾ ਕੇ ਸ਼ਿਕਾਇਤ ਕਰਾਂਗਾ। ਗੁਰਤਾ ਲੇਵੋ ਤੂਰ ਨਸ਼ੀਨ। ਤੇ ਜਿਹੜੀ ਇਹ ਗੁਰਗੱਦੀ ਹੈ ਇਹ ਬਾਦਸ਼ਾਹ ਦੇ ਰਾਹੀਂ ਮੈਂ ਧੱਕੇ ਨਾਲ ਪ੍ਰਾਪਤ ਕਰ ਲਵਾਂਗਾ। ਸੁਖ ਸੋ ਨਹੀਂ ਬਾਸਬੇ ਦੇਵੋ। ਜਿਹੜਾ ਬੰਦੇ ਕੋਲ ਜੋ ਚੀਜ਼ ਹੋਵੇ ਨਾ ਉਹ ਦੂਸਰਿਆਂ ਨੂੰ ਵੰਡਿਆ ਕਰਦਾ ਹੈ। ਗੁਰੂ ਸੁੱਖਾਂ ਦਾ ਦਾਤਾ ਹੈ, ਸਾਰਿਆਂ ਨੂੰ ਸੁੱਖ ਦਿੰਦਾ ਹੈ। ਪਰ ਪ੍ਰਿਥੀ ਚੰਦ ਈਰਖਾ ਦੇ ਸੁਭਾਅ ਦੇ ਵਿੱਚ ਬੱਝਾ ਹੋਇਆ, ਆਪ ਦੁੱਖਾਂ ਦੇ ਵਿੱਚ ਫਸਿਆ ਹੈ, ਤੇ ਦੂਸਰੇ ਪਾਸੇ ਵੀ ਈਰਖਾਲੂ ਹੋਣ ਕਰਕੇ ਦੁੱਖ ਹੀ ਵੰਡਣਾ ਚਾਹੁੰਦਾ ਹੈ ਕਿ ਮੈਂ ਇਹਨੂੰ ਸੁੱਖ ਦੇ ਨਾਲ ਆਪਣੇ ਭਰਾ ਨੂੰ ਵਸਣ ਨਹੀਂ ਦੇਵਾਂਗਾ। ਸੰਕਟ ਪਰੇ ਹੋਏ ਬਹੁ ਦੀਨ। ਇਸ ਤਰ੍ਹਾਂ ਦਿਨ ਰਾਤ ਮੈਂ ਕੋਈ ਨਾ ਕੋਈ ਕੁਚਾਲ ਚੱਲ ਕਰਕੇ ਇਹਦੇ ਤੇ ਸੰਕਟ ਲੈ ਕੇ ਆਵਾਂਗਾ। ਜਦੋਂ ਇਹਨੂੰ ਮੈਂ ਕੈਦ ਕਰਵਾ ਦੇਵਾਂਗਾ ਬਾਦਸ਼ਾਹ ਦੇ ਕੋਲ, ਤੇ ਆਖਰਕਾਰ ਇਹ ਦੀਨ ਹੋ ਜਾਵੇਗਾ। ਮਹਾਦੇਵ ਤੁਮ ਭੋਰੇ ਆਤਸ਼ੈ। ਤੇ ਆਪਣੇ ਭਰਾ ਮਹਾਦੇਵ ਨੂੰ ਚੁੱਕਦਾ ਹੋਇਆ, ਉਹਨੂੰ ਚੁੱਕਣਾ ਦੇ ਵਿੱਚ ਲੈ ਕਰਕੇ ਗਾਲਾਂ ਫੇਰ ਉਹਦੇ ਕੰਨਾਂ ਵਿੱਚ ਪਾਉਂਦਾ, ਤੂੰ ਤੇ ਬਹੁਤ ਭੋਲਾ ਹੈ, ਤੈਨੂੰ ਕਿਸੇ ਗੱਲ ਦੀ ਸਮਝ ਨਹੀਂ ਹੈ। ਹਾਨ ਲਾਭ ਕੀ ਸਮਝ ਬਹੀਨ। ਨਾ ਤੈਨੂੰ ਇਹ ਪਤਾ ਹੈ ਕਿ ਕਿਹੜੀ ਗੱਲ 'ਚ ਫਾਇਦਾ ਹੈ, ਕਿਹੜੀ ਗੱਲ 'ਚ ਨੁਕਸਾਨ ਹੈ, ਕਿੱਥੇ ਵਾਧਾ ਹੁੰਦਾ ਹੈ, ਕਿੱਥੇ ਘਾਟਾ ਹੈ, ਤੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਮੈਂ ਤੇਰਾ ਭਲਾ ਚਾਹੁੰਦਾ, ਤੇਰਾ ਭਰਾ ਹਾਂ, ਇਸ ਕਰਕੇ ਮੈਂ ਤੇਰੇ ਨਾਲ ਇਹ ਗੱਲਾਂ ਕਰਦਾ। ਇਸ ਤਰੀਕੇ ਨਾਲ ਇਹ ਚੁੱਕਣਾ ਦੇਣ ਦਾ ਕੰਮ ਬਾਬਾ ਮਹਾਦੇਵ ਨੂੰ, ਇਸ ਤਰ੍ਹਾਂ ਭਰਮਾਉਣ ਦਾ ਕੰਮ ਬਾਬਾ ਪ੍ਰਿਥੀ ਚੰਦ ਕਰ ਰਹੇ ਹਨ। ਮੋਹੇ ਕਹੇ ਕੋ ਇਸੀ ਸਮੇਂ ਕੋ। ਕਹਿੰਦੇ ਮੈਂ ਜਿਹੜੀਆਂ ਗੱਲਾਂ ਕਰਦਾ ਨਾ, ਤੈਨੂੰ ਸ਼ਾਇਦ ਹੁਣ ਗੱਲਾਂ ਮੇਰੀਆਂ ਚੰਗੀਆਂ ਨਹੀਂ ਲੱਗਦੀਆਂ, ਪਰ ਚੇਤੇ ਰੱਖੀਏ ਜਿਹੜੀ ਜਿਹੜੀ ਗੱਲ ਮੈਂ ਹੁਣ ਤੈਨੂੰ ਕੀਤੀ ਹੈ। ਝੂਰੇਂਗੋ ਮੈਂ ਕਯੋ ਨਹਿ ਕੀਨ। ਕਹਿੰਦੇ ਫਿਰ ਬਾਅਦ ਵਿੱਚ ਤੂੰ ਝੂਰੇਂਗਾ, ਪਛਤਾਏਂਗਾ ਕਿ ਵੱਡਾ ਭਰਾ ਜਿਹੜਾ ਸੀ ਉਹ ਠੀਕ ਗੱਲਾਂ ਕਰਿਆ ਕਰਦਾ ਸੀ। ਕਹਿੰਦੇ ਮੇਰੀਆਂ ਗੱਲਾਂ ਨੂੰ ਬਾਅਦ ਚੇਤੇ ਕਰ ਕਰਕੇ ਤੂੰ ਪਛਤਾਵੇਂਗਾ। ਸ਼੍ਰੀ ਅਰਜਨ ਨਿਜ ਬਲਸ਼ਲ ਕਰਤਾ। ਜਿਹੜਾ ਬੰਦਾ ਆਪ ਵਲਛਲ ਕਰਦਾ ਹੋਵੇ ਉਹਨੂੰ ਸਾਰੇ ਐਂ ਲੱਗਦੇ ਨੇ ਉਹ ਵੀ ਵਲਛਲ ਕਰਦਾ ਹੈ। ਚੋਰ ਨੂੰ ਸਾਰੇ ਚੋਰ ਨਜ਼ਰ ਆਉਂਦੇ ਨੇ, ਰੋਗੀ ਨੂੰ ਸਾਰੇ ਰੋਗੀ ਨਜ਼ਰ ਆਉਂਦੇ ਨੇ। ਰੋਗੀ ਕਹਿ ਭਾਣੇ ਸਭ ਰੋਗੀ, ਆਪ ਭਲਾ ਸਭ ਜੱਗ ਭਲਾ। ਭਾਈ ਗੁਰਦਾਸ ਜੀ ਵੀ ਇਹ ਗੱਲ ਲਿਖਦੇ ਨੇ, ਜਿਹੜਾ ਆਪ ਭਲਾ ਹੋਵੇ ਉਹਨੂੰ ਸਾਰਾ ਜੱਗ ਭਲਾ ਨਜ਼ਰ ਆਉਂਦਾ ਹੈ, ਤੇ ਆਪ ਬੁਰਾ ਹੋਵੇ ਉਹਨੂੰ ਸਾਰਾ ਜੱਗ ਬੁਰਾ ਨਜ਼ਰ ਆਉਂਦਾ ਹੈ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜਿਹੋ ਜਿਹਾ ਬੰਦੇ ਦਾ ਆਪਣਾ ਸੁਭਾਅ ਹੁੰਦਾ ਹੈ, ਆਪਣੀ ਸੋਚ ਹੁੰਦੀ, ਉਹਨੂੰ ਸਾਰੀ ਸ੍ਰਿਸ਼ਟੀ ਵੈਸੇ ਹੀ ਨਜ਼ਰ ਆਇਆ ਕਰਦੀ। ਜਿਹੜਾ ਬੰਦਾ ਹਮੇਸ਼ਾ ਈਰਖਾ, ਨਫ਼ਰਤ, ਵੱਲ ਛਲ ਕਰਕੇ ਲੋਕਾਂ ਨੂੰ ਆਪਣੇ ਮਗਰ ਲਾਉਣਾ ਚਾਹੁੰਦਾ ਹੈ, ਉਹਨੂੰ ਐਂ ਲੱਗਦਾ ਹੈ ਕਿ ਸਾਰੇ ਬੰਦੇ ਹੀ ਇਸੇ ਤਰੀਕੇ ਨਾਲ ਤੁਰ ਰਹੇ ਨੇ। ਸੋ ਬਾਬਾ ਪ੍ਰਿਥੀ ਚੰਦ ਆਪ ਹਮੇਸ਼ਾ ਵੱਲ ਛਲ ਕਰਦਾ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਵੇਖਣ ਵਾਲੀ ਉਹ ਦ੍ਰਿਸ਼ਟੀ ਉਹਦੀ ਜਿਹੜੀ ਸੀ ਗਵਾਚ ਗਈ। ਤੇ ਉਹ ਕਹਿੰਦਾ ਹੈ ਕਿ ਉਹ ਆਪਣੇ ਭਰਾ ਨੂੰ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਵਾਸਤੇ ਵੀ ਉਹੀ ਇਲਜ਼ਾਮ ਲਾਉਂਦਾ ਹੈ। ਤੁਮ ਸੂਦੇ ਛਲ ਸਕੋ ਨ ਜਾਨ। ਤੇ ਬਾਬਾ ਮਹਾਦੇਵ ਨੂੰ ਕਹਿੰਦਾ ਕਿ ਤੂੰ ਤੇ ਸਿੱਧਾ ਜਿਹਾ ਸੁਭਾਅ ਹੈ, ਤੂੰ ਉਸ ਭਰਾ ਆਪਣੇ ਦੇ ਛਲ ਨੂੰ ਨਹੀਂ ਜਾਣ ਸਕਦਾ। ਤੁਝ ਪ੍ਰਸੰਨ ਕਰ ਦੇਤ ਨਮਰ ਹੋਏ। ਤੇ ਤੈਨੂੰ ਤੇ ਜਦੋਂ ਉਹ ਹੱਥ ਜੋੜ ਕੇ ਤੇਰੇ ਅੱਗੇ ਨਿਮਰਤਾ ਨਾਲ ਝੁਕਦਾ, ਸਤਿਕਾਰ ਕਰਦਾ ਹੈ, ਕਿਉਂਕਿ ਵੱਡੇ ਭਰਾ ਜਾਣ ਕੇ ਗੁਰੂ ਅਰਜਨ ਸਾਹਿਬ ਆਪਣੇ ਭਰਾ ਦਾ ਸਤਿਕਾਰ ਕਰਦੇ ਨੇ। ਤੇ ਅੱਗੋਂ ਬਾਬਾ ਪ੍ਰਿਥੀ ਚੰਦ ਜੀ ਕਹਿੰਦੇ ਨੇ ਤੇਰੇ ਅੱਗੇ ਜਦੋਂ ਨਿਮਰਤਾ ਨਾਲ ਉਹ ਪੇਸ਼ ਆਉਂਦਾ ਹੈ
ਤੇਰਾ ਜਦੋਂ ਉਹ ਸਤਿਕਾਰ ਕਰਦਾ ਹੈ ਤੇ ਤੂੰ ਬੜਾ ਖੁਸ਼ ਹੋ ਜਾਨਾ ਹੈ। ਤਰਾਸ ਧਰਤ ਇਹ ਝਗਰ ਨ ਠਾਨ। ਦੂਜਾ, ਤੂੰ ਵੈਸੇ ਹੀ ਡਰਪੋਕ ਜੇ ਸੁਭਾਅ ਦਾ ਹੈ, ਤੂੰ ਕੀ ਝਗੜਾ ਕਰੇਗਾ, ਤੂੰ ਅੱਗੋਂ ਹੋਰ ਡਰ ਜਾਨਾ ਹੈ ਉਹਦੇ ਕੋਲੋਂ। ਤੀਨੋ ਹਮ ਜਿਸ ਕੇ ਅਧਿਕਾਰੀ। ਤੇ ਬਾਰ-ਬਾਰ ਬਾਬਾ ਪ੍ਰਿਥੀ ਚੰਦ ਜੀ ਚੁੱਕਣਾ ਦਿੰਦੇ ਨੇ ਬਾਬਾ ਮਹਾਦੇਵ ਨੂੰ ਕਿ ਆਪਾਂ ਤਿੰਨੇ ਹੀ ਇਸ ਗੱਲ ਦੇ ਅਧਿਕਾਰੀ ਹਾਂ, ਇਹ ਵਡਿਆਈ ਸਾਨੂੰ ਮਿਲਣੀ ਚਾਹੀਦੀ। ਕਿਉਂਕਿ ਬਾਬੇ ਪ੍ਰਿਥੀ ਚੰਦ ਨੇ ਤੇ ਜ਼ੋਰ ਆਪਣਾ ਲਾ ਕੇ ਵੇਖ ਲਿਆ। ਹੁਣ ਸੰਗਤਾਂ ਤੇ ਉਹਨਾਂ ਨੂੰ ਪ੍ਰਵਾਨ ਨਹੀਂ ਸੀ ਕਰਦੀਆਂ, ਕਿਉਂਕਿ ਸੰਗਤ ਦੇ ਸਾਹਮਣੇ ਉਹਨਾਂ ਦਾ ਪਾਜ ਉੱਗੜ ਚੁੱਕਿਆ ਹੋਇਆ। ਕਿਵੇਂ ਸਪੇਰੇ ਨੂੰ ਭੇਜਿਆ ਸੀਗਾ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਬ੍ਰਾਹਮਣ ਨੂੰ ਦਹੀਂ ਦੇ ਵਿੱਚ ਜ਼ਹਿਰ ਪਵਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਲ ਉਮਰ ਦੇ ਵਿੱਚ ਕਿਵੇਂ ਖਵਾਉਣ ਵਾਸਤੇ ਭੇਜਿਆ ਸੀਗਾ। ਇਹ ਸਾਰਾ ਪਾਜ ਹੁਣ ਸੰਗਤ ਦੇ ਸਾਹਮਣੇ ਉੱਗੜ ਚੁੱਕਿਆ ਹੋਇਆ। ਇਸ ਕਰਕੇ ਸੰਗਤਾਂ ਜਿਹੜੀਆਂ ਨੇ ਇਹ ਬਾਬੇ ਪ੍ਰਿਥੀ ਚੰਦ ਨੂੰ ਕਿਸੇ ਵੀ ਰੂਪ ਦੇ ਵਿੱਚ ਹੁਣ ਉਹ ਪ੍ਰਵਾਨ ਨਹੀਂ ਸੀ ਕਰ ਸਕਦੀਆਂ। ਇਹਨੇ ਹੁਣ ਨਵਾਂ ਤਰੀਕਾ ਵਰਤਿਆ ਹੈ ਕਿ ਮੈਂ ਆਪਣੇ ਭਰਾ ਨੂੰ ਚੁੱਕ ਕੇ ਅੱਗੇ ਲਾਵਾਂ। ਇਸ ਕਰਕੇ ਬਾਬਾ ਮਹਾਦੇਵ ਨੂੰ ਉਹ ਬਾਰ-ਬਾਰ ਗੱਲ ਕੇ ਸਮਝਾਉਂਦੇ ਨੇ ਕਿ ਇਸ ਗੱਦੀ ਤੇ ਸਾਡਾ ਹੱਕ ਬਣਦਾ ਹੈ। ਲੈ ਬੈਠਿਓ ਏਕਲ ਸੁਖ ਮਾਨ। ਤਿੰਨਾਂ ਦਾ ਅਧਿਕਾਰ ਸੀ ਤੇ ਇਕੱਲਾ ਹੀ ਗੁਰਗੱਦੀ ਤੇ ਬਿਰਾਜਮਾਨ ਹੋ ਕਰਕੇ ਬੈਠਾ ਹੈ। ਇਹ ਸਾਰੇ ਸੁੱਖ ਪਦਾਰਥ ਇਸੇ ਦੇ ਹਵਾਲੇ ਹੋ ਚੁੱਕੇ ਨੇ। ਸ਼ਾਇਦ ਬਾਬਾ ਪ੍ਰਿਥੀ ਚੰਦ ਨੂੰ ਇਹ ਭੁਲੇਖਾ ਸੀ ਕਿ ਇਹ ਜਿਹੜੇ ਧਨ ਪਦਾਰਥਾਂ ਕਰਕੇ ਜੀਵਨ ਦਾ ਸੁੱਖ ਹੈ, ਪਰ ਬਾਣੀ ਦੇ ਵਿੱਚੋਂ ਕਦੀ ਉਹਨਾਂ ਨੇ ਇਹ ਜੀਵਨ ਨੂੰ ਨਹੀਂ ਸਮਝਿਆ ਕਿ ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ। ਧਨ ਪਦਾਰਥ ਕੇਵਲ ਗੁਜਰਾਨ ਮਾਤਰ ਨੇ, ਜੀਵਨ ਦੇ ਗੁਜਰਾਨ ਵਾਸਤੇ ਜ਼ਰੂਰੀ ਹੈ, ਪਰ ਇਹਦੇ ਨਾਲ ਸੁੱਖ ਦਾ ਸੰਬੰਧ ਨਹੀਂ। ਸੁੱਖ ਦਾ ਸੰਬੰਧ ਤੇ ਮਨ ਦੀ ਅਵਸਥਾ ਨਾਲ ਹੈ। ਜਿਹਦੇ ਹਿਰਦੇ ਵਿੱਚ ਨਿਰੰਕਾਰ ਪਰਮੇਸ਼ਰ ਦੀ ਯਾਦ ਵਸ ਜਾਵੇ ਨਾ, ਉਹ ਕੱਖਾਂ ਦੀ ਕੁੱਲੀ ਵਿੱਚ ਵਸਦਾ ਹੋਇਆ ਵੀ ਸੁੱਖ ਤੇ ਆਨੰਦ ਮਾਣਦਾ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਬਚਨ ਨੇ, ਜਿੱਥੇ ਉਹ ਬੜੇ ਸੁੰਦਰ ਢੰਗ ਨਾਲ ਜੈਤਸਰੀ ਕੀ ਵਾਰ ਦੇ ਵਿੱਚ ਸੁੱਖ ਦੀ ਗੱਲ ਕਰਦਿਆਂ ਹੋਇਆਂ ਬੜੇ ਸੋਹਣੇ ਢੰਗ ਨਾਲ ਸਾਨੂੰ ਅਗਵਾਈ ਕਰਦਿਆਂ ਸਮਝਾਉਂਦੇ ਨੇ ਕਿ ਜੇ ਧਨ ਨਾਲ ਸੁੱਖ ਹੋਵੇ ਤੇ ਧਨ ਨਾਲ ਸਾਰਾ ਸੁੱਖ ਨਹੀਂ। ਜਿਹੜੇ ਬੰਦੇ ਕੋਲ ਕੋਈ ਮਿੱਤਰ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਕੋਈ ਮੂੰਹ ਨਹੀਂ ਲਾਉਂਦਾ, ਕੋਈ ਕੱਪੜੇ ਚੱਜਦੇ ਨਹੀਂ ਪਾਏ, ਉਹਨੇ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੋਵੇ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕਿਸ ਸਾਕ ਨਾ ਸਿੰਨਾ। ਪਰ ਕਹਿੰਦੇ ਜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਨਾ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੀਆਂ ਨਜ਼ਰਾਂ ਵਿੱਚ ਉਹ ਸ੍ਰਿਸ਼ਟੀ ਦਾ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹੜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਤੇ ਦੂਜੇ ਪਾਸੇ ਕਹਿੰਦੇ ਸੋਹਣੇ ਘਰ ਬਣੇ ਹੋਣ, ਮਹਿਲ ਮਾੜੀਆਂ ਸੁੰਦਰ ਹੋਣ, ਸਭ ਸੁੱਖ ਦੇ ਸਾਧਨ ਵੀ ਹੋਣ, ਪਰ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਾ ਹੋਵੇ। ਕਹਿੰਦੇ ਉਹ ਬੰਦਾ ਤੇ ਇਸ ਤਰੀਕੇ ਨਾਲ ਜਿਵੇਂ ਗੰਦਗੀ ਦਾ ਕੀੜਾ ਹੋਵੇ। ਕਹਿੰਦੇ ਗ੍ਰਹਿ ਘਰ ਦੇ ਵਿੱਚ ਸਾਰੇ ਸੁੱਖ ਆਨੰਦ ਬਣੇ ਹੋਏ ਨੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ, ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ, ਕਿਛ ਨਾਹੇ ਵਿਸੂਰੇ ਸੋ ਪ੍ਰਭ ਚੇਤਨਾ ਆਵਈ ਵਿਸ਼ਟਾਂ ਕੇ ਕੀਰੇ। ਜੇ ਰੱਬ ਨਹੀਂ ਨਾ ਚੇਤੇ, ਪਰਮੇਸ਼ਰ ਦਾ ਨਾਮ ਨਹੀਂ ਨਾ ਚੇਤੇ, ਤੇ ਸੁੱਖ ਦੇ ਸਾਧਨ ਹੁੰਦਿਆਂ ਵੀ ਬੰਦਾ ਗੰਦਗੀ ਦੇ ਕੀੜਿਆਂ ਵਿੱਚ ਗਿਣਿਆ ਜਾਵੇਗਾ। ਤੇ ਦੂਸਰੇ ਪਾਸੇ ਜਿਹੜਾ ਬੰਦਾ ਕੱਖਾਂ ਦੀ ਕੁੱਲੀ ਵਿੱਚ ਵੀ ਰਹਿੰਦਾ ਹੋਵੇ, ਕੱਪੜੇ ਵੀ ਪੁਰਾਣੇ ਪਾਟੇ ਪਾਏ ਹੋਣ, ਕੋਈ ਰਿਸ਼ਤੇਦਾਰ ਸਕਾ ਸੰਬੰਧੀ ਵੀ ਉਹਦੇ ਨਾਲ ਨਾ, ਕਿਉਂਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਸਿਆਣੇ, ਜਿਹਦੇ ਕੋਲ ਚਾਰ ਛਿੱਲੜ ਹੋ ਜਾਣ ਹਰ ਬੰਦਾ ਰਿਸ਼ਤੇਦਾਰ ਬਣ ਕੇ ਬੈਠਦਾ ਹੈ। ਤੇ ਜੇ ਕੁਝ ਕੋਲ ਨਾ ਹੋਵੇ ਧਨ ਪਦਾਰਥ, ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਨੇ। ਪਰ ਸਾਹਿਬ ਕਹਿੰਦੇ ਅਸਲ ਦੇ ਵਿੱਚ ਉਹ ਸਹੀ ਮਾਇਨੇ ਵਿੱਚ ਜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਉਹ ਸ੍ਰਿਸ਼ਟੀ ਦਾ ਰਾਜਾ ਹੈ। ਚਾਹੇ ਉਹ ਕੱਖਾਂ ਦੀ ਕੁੱਲੀ 'ਚ ਰਹੇ ਤੇ ਚਾਹੇ ਉਹ ਮਹਿਲ ਮਾੜੀਆਂ ਵਿੱਚ ਰਹੇ, ਗੱਲ ਪਰਮੇਸ਼ਰ ਦੇ ਨਾਮ ਦੀ ਹੈ। ਤੇ ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਤੇ ਪਰਮੇਸ਼ਰ ਦੇ ਸਿਮਰਨ ਵਿੱਚੋਂ ਹੈ, ਉਹਦੇ ਨਾਮ ਦੇ ਵਿੱਚੋਂ ਹੈ, ਉਹਦੀ ਯਾਦ ਦੇ ਵਿੱਚੋਂ ਸੁੱਖ ਮਿਲਦੇ ਨੇ। ਇਹ ਪਦਾਰਥਾਂ ਵਿੱਚੋਂ ਸੁੱਖ ਨਹੀਂ ਪ੍ਰਾਪਤ ਹੁੰਦੇ, ਕੇਵਲ ਗੁਜਰਾਨ ਮਾਤਰ ਹਨ। ਇਹ ਗੱਲ ਬਾਬਾ ਪ੍ਰਿਥੀ ਚੰਦ ਨਹੀਂ ਸਮਝ ਪਾ ਰਹੇ ਤੇ ਉਹਨਾਂ ਦੀ ਸੁਰਤ ਕੇਵਲ ਧਨ ਪਦਾਰਥਾਂ ਤੱਕ ਟਿਕੀ ਹੋਈ ਹੈ। ਸਭ ਮਸੰਦ ਕਹਿ ਕਹਿ ਅਪਨਾਏ। ਜਿਹੜੇ ਮਸੰਦਾਂ ਨੂੰ ਕਦੀ ਬਾਬੇ ਪ੍ਰਿਥੀ ਚੰਦ ਨੇ ਭਰਮਾ ਕੇ ਆਪਣੇ ਮਗਰ ਲਾਇਆ ਸੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਵਰਗੀਆਂ ਸਤਿਕਾਰਯੋਗ ਸ਼ਖਸੀਅਤਾਂ ਵੱਲੋਂ ਜਦੋਂ ਸੱਚ ਦਾ ਪ੍ਰਚਾਰ ਕੀਤਾ ਗਿਆ ਤੇ ਉਸ ਵਕਤ ਮਸੰਦ ਵੀ ਜਿਹੜੇ ਸਨ, ਕਿਉਂਕਿ ਸ਼ਬਦ ਬੜਾ ਸਤਿਕਾਰਯੋਗ ਹੈ, ਇਹ ਤੇ 10ਵੇਂ ਪਾਤਸ਼ਾਹ ਨੇ ਜਾ ਕਰਕੇ ਇਹਨਾਂ ਦੀ ਭ੍ਰਿਸ਼ਟਤਾ ਵੇਖ ਕਰਕੇ ਫਿਰ ਇਹਨਾਂ ਨੂੰ ਸਖਤ ਸਜ਼ਾਵਾਂ ਦੇ ਕਰਕੇ ਸਿੱਖਾਂ ਨੂੰ ਖਾਲਸਾ ਬਣਾਤਾ ਕਿ ਹੁਣ ਤੋਂ ਇਹਨਾਂ ਰਾਹੀਂ ਨਹੀਂ, ਸਿੱਧਾ ਗੁਰੂ ਨਾਲ ਤੁਹਾਡਾ ਸੰਬੰਧ ਹੋਵੇਗਾ, ਹੁਣ ਮਸੰਦਾਂ ਰਾਹੀਂ ਗੁਰੂ ਨਾਲ ਨਹੀਂ ਜੁੜਨਾ। ਪਰ ਗੁਰੂ ਰਾਮਦਾਸ ਪਾਤਸ਼ਾਹ ਨੇ ਕਦੀ ਬਹੁਤ ਸੋਹਣੇ ਢੰਗ ਦੇ ਨਾਲ ਇਹ ਪ੍ਰਥਾ ਜਿਹੜੀ ਸੀ ਆਰੰਭ ਕੀਤੀ ਸੀ ਇਹਨਾਂ ਮਸੰਦਾਂ ਦੀ।
ਤੇ ਹੁਣ ਸਾਰੇ ਮਸੰਦ ਵੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਸੀ, ਕਾਰ ਭੇਟਾ ਲੈ ਕੇ ਆਉਂਦੇ ਸਨ, ਉਹ ਮਸੰਦ ਉਹ ਸਾਰੀ ਥਾਂ ਤੇ ਗੁਰੂ ਅਰਜਨ ਸਾਹਿਬ ਦੀ ਵਡਿਆਈ ਪ੍ਰਗਟ ਕਰਦੇ ਨੇ। ਬਾਬਾ ਪ੍ਰਿਥੀ ਚੰਦ ਕਹਿੰਦੇ ਨੇ ਕਿ ਇਹਨੇ ਸਾਰੇ ਮਸੰਦ ਵੀ ਆਪਣੇ ਮਗਰ ਲਾ ਲਏ ਹਨ। ਚਾਹੋਂ ਦਿਸ਼ ਤੇ ਧਨ ਆਏ ਮਹਾਨ। ਇਸ ਤਰ੍ਹਾਂ ਨਗਰ ਦੀ ਉਸਾਰੀ ਵਾਸਤੇ, ਸੰਗਤਾਂ ਦੀ ਸੇਵਾ ਵਾਸਤੇ ਇਹ ਦਸਵੰਧ ਦੀ ਬਹੁਤ ਵੱਡੇ ਪੱਧਰ ਤੇ ਮਾਇਆ ਇਕੱਠੀ ਹੁੰਦੀ ਸੀ, ਕਿਉਂਕਿ ਉਸ ਵਕਤ ਹੁਕਮਰਾਨ ਜਿਹੜੇ ਸੀ ਉਹ ਟੈਕਸ ਲੈਂਦੇ ਸੀ, ਜ਼ਬਰਦਸਤੀ ਇਕੱਠਾ ਕਰਨਾ ਪੈਂਦਾ ਸੀ। ਸੰਗਤਾਂ ਆਪਣੇ ਵੱਲੋਂ ਖੁਸ਼ੀ ਨਾਲ ਗੁਰੂ ਘਰ 'ਚ ਭੇਟਾ ਕਰਦੀਆਂ ਸੀ, ਕਿਉਂਕਿ ਉਹਨਾਂ ਨੂੰ ਪਤਾ ਕਿ ਬਿਮਾਰਾਂ ਦੀ ਇਹਦੇ ਨਾਲ ਮਦਦ ਹੋਏਗੀ, ਭੁੱਖਿਆਂ ਨੂੰ ਇਹਦੇ ਨਾਲ ਢਿੱਡ ਭਰਨ ਵਾਸਤੇ ਪ੍ਰਸ਼ਾਦਾ ਮਿਲੇਗਾ, ਹੋਰ ਕਈਆਂ ਦੇ ਘਰ ਜਿਹੜੇ ਨਹੀਂ ਬਣੇ ਉਹਨਾਂ ਦੇ ਘਰ ਬਣਨਗੇ। ਇਹ ਗੁਰੂ ਘਰ ਚੋਂ ਇੱਕ ਇੱਕ ਚੀਜ਼ ਵੇਖ ਕੇ ਸੰਗਤਾਂ ਇਦਾਂ ਭੇਟਾਂ ਅਰਪਣ ਕਰਦੀਆਂ ਸਨ। ਆਪ ਉਪਾਅ ਹੋਏ ਸਕੈ ਸੰਗ ਚੱਲ। ਇਸ ਕਰਕੇ ਬਾਬਾ ਪ੍ਰਿਥੀ ਚੰਦ ਜੀ ਫੇਰ ਆਪਣੇ ਛੋਟੇ ਭਰਾ ਮਹਾਦੇਵ ਜੀ ਨੂੰ ਕਹਿੰਦੇ ਨੇ, ਹੁਣ ਤੇ ਸਮਾਂ ਹੈ, ਤੂੰ ਇੱਕ ਕੰਮ ਕਰ, ਮੇਰੇ ਨਾਲ ਚੱਲਣਾ ਕਰ। ਹੁਣ ਆਪਾਂ ਗੁਰੂ ਅਰਜਨ ਸਾਹਿਬ ਨੂੰ ਕੈਦ ਕਰਵਾ ਕੇ ਉਹਦੇ ਖਿਲਾਫ ਸ਼ਿਕਾਇਤਾਂ ਬਾਦਸ਼ਾਹ ਕੋਲ ਲਾ ਕਰਕੇ ਤੇ ਇਸ ਵਕਤ ਉਹਨੂੰ ਗੁਰਗੱਦੀ ਤੋਂ ਹਟਾਉਣਾ ਚਾਹੁੰਦੇ ਹਾਂ। ਕਿਉਂ ਚੂਕਤ ਚਿਤ ਚੌਕ ਸਚੀਨ। ਫਿਰ ਇਸ ਕੰਮ ਵਾਸਤੇ ਤੂੰ ਕਿਉਂ ਅਵੇਸਣਾ ਹੈ? ਸੁਚੇਤ ਹੋ, ਸਾਵਧਾਨ ਹੋ, ਇਹ ਕੰਮ ਦੇ ਵਿੱਚ ਆਲਸ ਨਾ ਕਰਨਾ ਕਰ। ਤੇਰੋ ਅਦਕ ਪ੍ਰਤਾਪ ਵਧੇ ਕੋ। ਹੁਣ ਲਾਲਚ ਦੇ ਕੇ ਇਸ ਤਰੀਕੇ ਨਾਲ ਕਹਿ ਰਹੇ ਨੇ ਕਿ ਤੇਰਾ ਬਹੁਤ ਲੋਕਾਂ ਵਿੱਚ ਜਸ ਪ੍ਰਤਾਪ ਵਧਣਾ ਕਰੇਗਾ। ਹਮ ਪੀ ਤੁਝ ਤੇ ਹੋਵੈ ਹੀਨ। ਉਮਰ ਕਰਕੇ ਮੈਂ ਤੇਰੇ ਤੋਂ ਵੱਡਾ ਹਾਂ, ਪਰ ਗੁਰਗੱਦੀ ਤੈਨੂੰ ਜਦੋਂ ਪ੍ਰਾਪਤ ਹੋ ਜਾਏਗੀ ਮੈਂ ਵੀ ਤੇਰੇ ਤੋਂ ਛੋਟਾ ਹੋ ਜਾਵਾਂਗਾ। ਤੁਝ ਪਰ ਮੈਂ ਸੋ ਪ੍ਰਸੰਨ ਅਦਕ ਨਿਤ। ਮੈਂ ਤੇਰੇ ਤੇ ਬਹੁਤ ਖੁਸ਼ ਹਾਂ। ਪ੍ਰਿਥੀ ਚੰਦ ਜੀ ਇਦਾਂ ਭਰਮਾ ਕੇ ਆਪਣੀਆਂ ਗੱਲਾਂ ਵਿੱਚ ਫਸਾ ਕੇ ਬਾਬੇ ਮਹਾਦੇਵ ਦੇ ਮੋਢੇ ਤੇ ਰੱਖ ਕਰਕੇ ਤੀਰ ਚਲਾਉਣਾ ਚਾਹੁੰਦੇ ਨੇ। ਉਹਨਾਂ ਦਾ ਮੋਢਾ ਵਰਤ ਕਰਕੇ ਉਹ ਆਪਣਾ ਕੰਮ ਕਰਨਾ ਚਾਹੁੰਦੇ ਹਨ। ਗੁਰੂ ਬਨੇ ਬੈਠੇ ਦੁੱਤ ਲੀਨ। ਮੈਂ ਗੁਰੂ ਨਹੀਂ ਬਣਨਾ ਚਾਹੁੰਦਾ, ਮੈਂ ਤੇ ਚਾਹੁੰਦਾ ਤੂੰ ਗੁਰਗੱਦੀ ਪ੍ਰਾਪਤ ਕਰੇ, ਮੈਂ ਤੈਨੂੰ ਗੁਰਗੱਦੀ ਦਿਵਾਉਣਾ ਚਾਹੁੰਦਾ ਹਾਂ। ਤੇਰੀ ਸ਼ੋਭਾ ਫਿਰ ਸਾਰੇ ਪਾਸੇ ਹੋਵੇਗੀ। ਚਾਹੋਂ ਦਿਸ਼ ਕੀ ਸੰਗਤ ਮਿਲ ਪੂਜੈ। ਚਾਰੇ ਪਾਸੇ ਤੋਂ ਦੇਸ਼ ਵਿਦੇਸ਼ ਦੀ ਸੰਗਤ ਆ ਕੇ ਫਿਰ ਤੇਰਾ ਸਤਿਕਾਰ ਕਰੇਗੀ। ਅਨਕ ਉਪਾਇਨ ਅਰਪਨ ਕੀਨ। ਵਨ ਸਵਾਨੀਆਂ ਭੇਟਾਵਾਂ ਫਿਰ ਸੰਗਤਾਂ ਤੈਨੂੰ ਚੜਾਇਆ ਕਰਨਗੀਆਂ। ਛਲਕਾਰੀ ਔਰ ਕਪਟ ਕਰਹਿ ਨਿਤ। ਕਹਿੰਦੇ ਜਿਹੜਾ ਕੰਮ ਛਲ ਕਰਨਾ ਹੈ ਉਹ ਛਲ ਕਰਦਾ ਹੈ, ਕਪਟ ਕਰਨ ਵਾਲਾ ਵੱਲ ਫਸ਼ਰੇਬ ਇਸੇ ਤਰੀਕੇ ਨਾਲ ਕਰਦਾ ਹੈ। ਮੋਹਿ ਨਾ ਨੀਕੋ ਲਾਗਹਿ ਸੋਏ। ਈਰਖਾ ਦਾ ਭਰਿਆ ਹੋਇਆ ਬਾਬਾ ਪ੍ਰਿਥੀ ਚੰਦ, ਜਿਹਨੂੰ ਮੀਣੇ ਕਹਿ ਕਰਕੇ ਸੰਬੋਧਨ ਇਤਿਹਾਸ ਵਿੱਚੋਂ ਕੀਤਾ ਗਿਆ, ਅੱਜ ਤੱਕ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਨੜੀ ਮਾਰ, ਕੁੜੀ ਮਾਰ, ਸਿਰ ਗੁੰਮ ਆਦਿਕ ਬਾਰੇ ਰਹਿਤ ਮਰਿਆਦਾ 'ਚ ਲਿਖਿਆ ਕਿ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਜੋ ਕਰੇ ਸੋ ਤਨਖਾਹੀਆ ਕਰਕੇ ਉਹਦੇ ਬਾਰੇ ਲਿਖਿਆ ਹੈ। ਖੈਰ, ਇਹ ਬਾਬਾ ਪ੍ਰਿਥੀ ਚੰਦ ਮੀਣਿਆਂ ਵਾਲਾ ਇਹਦਾ ਸੁਭਾਅ ਹੈ। ਇਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਤੇ ਲਾਂਛਨ ਲਾ ਕੇ ਕਹਿੰਦਾ ਮੈਨੂੰ ਉਹ ਚੰਗਾ ਨਹੀਂ ਲੱਗਦਾ ਹੈ। ਵੇਖ ਸਰੂਪ ਕੰਟਕ ਚੱਕ ਚੁਬਤੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਿਨ੍ਹਾਂ ਬਾਰੇ ਭੱਟ ਸਾਹਿਬਾਨ ਕਹਿੰਦੇ ਨੇ ਨਾ, ਧਰਨ ਗਗਨ ਨਾ ਵਖੰਡ ਮੈਂ ਜੋਤ ਸਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਾਖਰ। ਗੁਰੂ ਅਰਜਨ ਸਾਹਿਬ ਤੇ ਪ੍ਰਤਾਖਰ ਰੱਬ ਦਾ ਰੂਪ ਹੈ। ਉਹਨਾਂ ਦੇ ਦਰਸ਼ਨ ਕਰਦਿਆਂ ਦੁੱਖ ਦੂਰ ਹੁੰਦੇ ਨੇ, ਜਿਹਦੇ ਬਾਰੇ ਰੋਜ਼ ਪੜ੍ਹਦੇ ਆ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਾਡੇ ਜਨਮ ਮਰਨ ਦੇ ਵੀ ਦੁੱਖ ਦੂਰ ਹੋ ਜਾਂਦੇ ਨੇ। ਪਰ ਬਾਬਾ ਪ੍ਰਿਥੀ ਚੰਦ ਕਹਿੰਦੇ ਨੇ ਉਹਦੇ ਦਰਸ਼ਨ ਕਰਕੇ, ਉਹਨੂੰ ਵੇਖ ਕੇ ਕਹਿੰਦੇ ਮੇਰੀਆਂ ਅੱਖਾਂ ਦੇ ਵਿੱਚ ਤੇ ਕੰਡੇ ਜਿਹੜੇ ਨੇ ਚੁੱਭਦੇ ਨੇ। ਸੱਚ ਇਹ ਹੈ ਕਿ ਉਹਨੇ ਅਜੇ ਤੱਕ ਦਰਸ਼ਨ ਨਹੀਂ ਕੀਤੇ। ਉਹ ਅੱਖਾਂ ਹੋਰ ਨੇ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਾਂ ਪ੍ਰਿਆ। ਗੁਰੂ ਕੋਲ ਆਏ ਆ, ਅੱਖਾਂ ਦੀ ਦਾਤ ਮੰਗੀਏ ਕਿ ਸਤਿਗੁਰੂ ਸਾਨੂੰ ਉਹ ਅੱਖਾਂ ਬਖਸ਼ਿਸ਼ ਕਰ ਜਿਨ੍ਹਾਂ ਅੱਖਾਂ ਨਾਲ ਤੇਰੇ ਦੀਦਾਰੇ ਕੀਤੇ ਜਾ ਸਕਦੇ ਨੇ। ਕੋਈ ਜ਼ਰੂਰੀ ਨਹੀਂ ਆ ਅੱਖਾਂ ਦੇ ਨਾਲ ਹੀ ਦਰਸ਼ਨ ਹੁੰਦੇ ਨੇ। ਉਹ ਅੱਖਾਂ ਨੇ ਸ਼ਰਧਾ ਦੀਆਂ, ਗਿਆਨ ਦੀਆਂ ਉਹ ਅੱਖਾਂ। ਸਤਿਗੁਰੂ ਪਾਤਸ਼ਾਹ ਜਿਨ੍ਹਾਂ ਅੱਖਾਂ ਬਾਰੇ ਆਪ ਤੁਸੀਂ ਕਿਹਾ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸਤਿਗੁਰੂ ਸਾਡੇ ਹਿਰਦੇ ਵਿੱਚ ਉਹ ਅੱਖਾਂ ਬਖਸ਼ੋ ਜਿਹਦੇ ਨਾਲ ਤੁਹਾਡੇ ਅਸਲ ਸਰੂਪ ਦੇ ਦਰਸ਼ਨ ਹੋ ਸਕਣ। ਪਰ ਬਾਬੇ ਪ੍ਰਿਥੀ ਚੰਦ ਕੋਲ ਉਹ ਅੱਖਾਂ ਨਹੀਂ ਜਿਹਦੇ ਨਾਲ ਗੁਰੂ ਦੇ ਦੀਦਾਰ ਕੀਤੇ ਜਾ ਸਕਣ, ਗੁਰੂ ਦੇ ਦਰਸ਼ਨ ਕੀਤੇ ਜਾ ਸਕਣ।
ਇਸ ਕਰਕੇ ਉਹ ਇਹੋ ਜਿਹੇ ਕੁਝ ਜਿਹੇ ਬੋਲ ਬੋਲਦੇ ਹਨ। ਚਿਤ ਮੈਂ ਚਹਿਤ ਨ ਚਿਤਵਨ ਹੋਏ। ਕਹਿੰਦੇ ਮੈਂ ਤੇ ਇਹਦੇ ਬਾਰੇ ਦੇ ਵਿੱਚ ਸੂਰਤ ਦੇਖਣੀ ਨਹੀਂ ਚਾਹੁੰਦਾ ਹਾਂ, ਚਿੱਤ ਦੇ ਵਿੱਚ ਮੈਂ ਇਹਨੂੰ ਚਾਹੁੰਦਾ ਹਾਂ ਕਿ ਇਹ ਤੇ ਮੈਨੂੰ ਦਿਸੇ ਹੀ ਨਾ। ਸੁਝਾ ਸਬਾਕ ਤਿਸਕੇ ਅਤ ਤੀਖਨ। ਇਸ ਤਰ੍ਹਾਂ ਕਹਿੰਦੇ ਨੇ ਜੇ ਸੰਗਤਾਂ ਉਹਨਾਂ ਦੀ ਵਡਿਆਈ ਕਰਦੀਆਂ ਨੇ ਤੇ ਮੇਰੇ ਇਸ ਤਰੀਕੇ ਦੇ ਨਾਲ ਉਹ ਵਡਿਆਈ ਦੇ ਬੋਲ ਜਦੋਂ ਸੰਗਤਾਂ ਗੁਰੂ ਗੁਰੂ ਜਪਦੀਆਂ ਨੇ, ਗੁਰੂ ਦੀ ਸਿਫਤ ਕਰਦੀਆਂ ਨੇ, ਤੇ ਮੇਰੇ ਕੋਲ ਉਹ ਬੋਲ ਵੀ ਸੁਣੇ ਨਹੀਂ ਜਾਂਦੇ ਹਨ। ਬਾਨ ਸਮਾਨ ਕਾਨ ਲਗ ਦੋਏ। ਕਹਿੰਦੇ ਜਿਵੇਂ ਤਿੱਖੇ ਤੀਰ ਕੋਈ ਮਾਰਦਾ ਹੋਵੇ, ਮੇਰੇ ਕੰਨਾਂ ਵਿੱਚ ਤਿੱਖੇ ਤੀਰਾਂ ਦੇ ਵਾਂਗੂ ਉਹ ਬੋਲ ਚੁਭਦੇ ਨੇ। ਗੁਰੂ ਅਰਜਨ ਸਾਹਿਬ ਦੀ ਸਿਫਤ ਵੀ ਜਿਹੜੀ ਬਾਬੇ ਪ੍ਰਿਥੀ ਚੰਦ ਕੋ ਸੁਣੀ ਨਹੀਂ ਜਾਂਦੀ ਹੈ। ਰਿਦ ਕੋ ਬੇਦਤ ਕਰਕਤ ਨਿਸ ਦਿਨ। ਕਹਿੰਦੇ ਉਹਦੀ ਵਡਿਆਈ ਜਿਹੜੀ ਹੈ ਮੇਰੇ ਹਿਰਦੇ ਨੂੰ ਐ ਵਿੰਨਦੀ ਜਾਂਦੀ ਹੈ, ਹਿਰਦੇ ਵਿੱਚ ਹਮੇਸ਼ਾ ਪੀੜਾ ਰਹਿੰਦੀ ਹੈ। ਤੇ ਸੁਨ ਬਚਨ ਇਸੀ ਸਮਝੋਏ। ਇਸੇ ਤਰੀਕੇ ਨਾਲ ਜਿਉਂ-ਜਿਉਂ ਸੰਗਤਾਂ ਕੋਲੋਂ ਮੈਂ ਗੁਰੂ ਅਰਜਨ ਸਾਹਿਬ ਦੀਆਂ ਵਡਿਆਈਆਂ ਸੁਣਦਾ, ਬਾਬਾ ਪ੍ਰਿਥੀ ਚੰਦ ਆਪਣੀ ਅਵਸਥਾ ਦੱਸਦਾ ਹੈ। ਕਿਉਂਕਿ ਸਾਕਤ ਬੰਦੇ ਨੂੰ ਰੱਬ ਦਾ ਨਾਮ ਨਹੀਂ ਚੰਗਾ ਲੱਗਦਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ-ਜਿਉਂ ਚੱਲੈ ਚੁਭੈ ਦੁਖ ਪਾਵੈ, ਜਮਕਾਲ ਸੈਂ ਸਿਰ ਡੰਡਾ। ਇਹ ਅਵਸਥਾ ਬਣੀ ਹੋਈ ਹੈ ਬਾਬੇ ਪ੍ਰਿਥੀ ਚੰਦ ਦੀ। ਮਹਾਦੇਵ ਤੇਰੋ ਬੜ ਕਾਰਜ। ਇਸ ਤਰ੍ਹਾਂ ਮਹਾਦੇਵ ਜੀ ਨੂੰ ਕਹਿੰਦੇ ਨੇ ਮੈਂ ਤੇਰੇ ਵਾਸਤੇ ਸਾਰਾ ਕਾਰਜ ਕਰਨਾ ਚਾਹੁੰਦਾ ਹਾਂ। ਹਮਰੇ ਬਾਦ ਪਰੇ ਬਨ ਆਏ। ਇਸ ਤਰ੍ਹਾਂ ਮੈਂ ਤੇਰੇ ਵਾਸਤੇ ਜਦੋਂ ਇਹ ਤਰੀਕਾ ਵਰਤਾਂਗਾ ਤੇ ਫਿਰ ਤਾਂ ਹੀ ਜਿਹੜਾ ਹੈ ਤੈਨੂੰ ਇਹ ਗੁਰਗੱਦੀ ਪ੍ਰਾਪਤ ਹੋਵੇਗੀ। ਇਹ ਝਗੜਾ ਪੈਣ ਕਰਕੇ, ਸਾਡੀ ਲੜਾਈ ਪੈਣ ਕਰਕੇ ਤੇਰਾ ਕਾਰਜ ਹੀ ਬਣਨਾ ਹੈ। ਜਿਉਂ ਕਿਉਂ ਕਰਦੇ ਤੋਹਿ ਵਡਿਆਈ। ਕਹਿੰਦੇ ਮੈਂ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਵਰਤਾਂਗਾ। ਮੇਰਾ ਝਗੜਾ ਪਰ ਫਾਇਦਾ ਤੇਰਾ ਹੋ ਜਾਣਾ ਹੈ, ਤੇ ਮੈਂ ਹੀਲਾ ਵਸੀਲਾ ਵਰਤ ਕੇ ਬਾਦਸ਼ਾਹ ਦੇ ਕੋਲ ਪਹੁੰਚ ਕਰਕੇ ਕੋਈ ਨਾ ਕੋਈ ਤਰੀਕਾ ਜ਼ਰੂਰ ਵਰਤਾਂਗਾ। ਸ਼ਾਹ ਨਿਕਟ ਗੁਣ ਬੜੇ ਸੁਨਾਏ। ਤੇ ਮੈਂ ਤੇਰੀਆਂ ਸਿਫਤਾਂ ਬਾਦਸ਼ਾਹ ਨੂੰ ਜਾ ਜਾ ਕੇ ਸੁਣਾਵਾਂਗਾ। ਇਹ ਰਾਜਨੀਤਿਕ ਪੈਂਤੜਾ ਵਰਤ ਕਰਕੇ ਗੁਰਗੱਦੀ ਨੂੰ ਹਾਸਲ ਕਰਨ ਵਾਸਤੇ ਬਾਬਾ ਪ੍ਰਿਥੀ ਚੰਦ ਆਪਣੀ ਕੋਝੀ ਚਾਲ ਚੱਲਦੇ ਹਨ। ਖਰਚੋਂ ਦਰਬ ਆਪਨੋ ਮੈਂ ਸਭ। ਕਹਿੰਦੇ ਮੇਰੇ ਕੋਲ ਧਨ ਪਦਾਰਥ ਬਹੁਤ ਹੈ, ਮੈਂ ਉਹ ਧਨ ਜਿੰਨਾ ਆਖੇਗਾ ਓਨਾ ਖਰਚ ਕੇ ਜਿੱਥੇ ਜਿੱਥੇ ਲੋੜ ਪੈਗੀ ਲੋਕਾਂ ਨੂੰ ਧਨ ਦੇ ਰਾਹੀਂ ਵੀ ਖਰੀਦ ਕੇ ਆਪਣੇ ਵੱਲ ਕਰ ਲਵਾਂਗਾ। ਜਹਾਂ ਦੀਨ ਕਾਰਜ ਬਨ ਜਾਏ। ਜਿੱਥੇ ਧਨ ਦੇ ਕੇ ਕਾਰਜ ਕਰਨਾ ਪਿਆ, ਮੈਂ ਧਨ ਦੇ ਕੇ ਵੀ ਲੋਕਾਂ ਨੂੰ ਆਪਣੇ ਵੱਲ ਕਰ ਲਵਾਂਗਾ। ਇਸ ਤਰੀਕੇ ਦੀ ਹਾਲਤ ਵਿੱਚ ਬਾਬਾ ਪ੍ਰਿਥੀ ਚੰਦ ਜੀ ਪਹੁੰਚੇ ਹਨ। ਝਗੜੋ ਮੈਂ ਜੈ ਹੋਏ ਅਦਾਲਤ। ਕਹਿੰਦੇ ਜਿੱਥੇ ਅਦਾਲਤ ਹੋਏਗੀ ਉਸ ਅਦਾਲਤ ਵਿੱਚ ਜਾ ਕੇ ਮੈਂ ਤੇਰੇ ਪੱਖ ਵਿੱਚ ਲੜਾਈ ਲੜਾਂਗਾ। ਤੁਮ ਬੈਠੇ ਰਹੋ ਸਹਿਜ ਸੁਭਾਏ। ਬਾਬੇ ਮਹਾਦੇਵ ਨੂੰ ਬਾਬਾ ਪ੍ਰਿਥੀ ਚੰਦ ਕਹਿੰਦੇ ਤੂੰ ਸਹਿਜ ਸੁਭਾਅ, ਤੂੰ ਕੋਈ ਨਹੀਂ ਕੁਝ ਕਰਨਾ। ਲੜਾਈ ਮੈਂ ਕਰਾਂਗਾ, ਝਗੜਾ ਮੈਂ ਕਰਾਂਗਾ, ਮੈਂ ਤੈਨੂੰ ਗੁਰਗੱਦੀ ਦਵਾ ਕੇ ਰਹਾਂਗਾ। ਸੁਨ ਕਰ ਮਹਾਦੇਵ ਕਰ ਜੋਰੇ। ਇਸ ਤਰ੍ਹਾਂ ਮਹਾਦੇਵ ਜੀ ਜਦੋਂ ਆਪਣੇ ਭਰਾ ਦੇ ਕੋਲੋਂ ਗੁਰੂ ਅਰਜਨ ਸਾਹਿਬ ਦੇ ਪ੍ਰਤੀ ਈਰਖਾ ਵਾਲੇ ਮਾੜੇ ਬੋਲ ਜਦੋਂ ਸੁਣਦੇ ਹਨ ਤੇ ਬੜੇ ਪਿਆਰ ਨਾਲ ਹੱਥ ਜੋੜ ਕੇ ਅੱਗੋਂ ਆਖਦੇ ਹਨ, ਬੜੋ ਭਰਾਤ ਬਿਨਤੀ ਮਮ ਮਾਨ। ਕਹਿੰਦੇ ਤੂੰ ਮੇਰਾ ਵੱਡਾ ਭਰਾ ਹੈ, ਪਰ ਸੱਚ ਇਹ ਹੈ ਕਿ ਤੇਰੀ ਜਿਹੜੀ ਬਿਰਤੀ ਹੈ ਨਾ ਅਸਲ ਦੇ ਵਿੱਚ ਕਹਿੰਦੇ ਉਹ ਈਰਖਾ ਤੇ ਨਫ਼ਰਤ ਦੀ ਭਰੀ ਹੋਈ ਹੈ। ਤੇ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਦਾ, ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣ। ਬਾਬਾ ਮਹਾਦੇਵ ਜੀ ਧੰਨ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਤੇ ਸਭ ਤੋਂ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਨੂੰ ਬੇਨਤੀ ਕਰਦੇ ਹਨ, ਤਜੋ ਵਿਰੋਧ ਮਿਲੋ ਘਰ ਮਾਹੂ। ਕਹਿੰਦੇ ਕਿਉਂ ਐਵੇਂ ਈਰਖਾ ਕਰੀ ਬੈਠਾ ਹੈ, ਐਵੇਂ ਲੜਾਈ ਪਾ ਕਰਕੇ ਬੈਠਾ ਹੈ। ਇਹ ਲੜਾਈ ਤੇ ਈਰਖਾ ਨਾਲ ਕਦੀ ਕਿਸੇ ਦਾ ਭਲਾ ਨਹੀਂ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਤੇ ਇਹ ਵੀ ਆਪਾਂ ਪੜ੍ਹਦੇ ਹਾਂ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜਿਹਦੇ ਅੰਦਰ ਤਾਤ ਪਰਾਈ ਹੋਵੇ ਨਾ, ਈਰਖਾ ਨਫ਼ਰਤ ਹੋਵੇ, ਉਹਦਾ ਕਦੀ ਭਲਾ ਹੋ ਹੀ ਨਹੀਂ ਸਕਦਾ। ਈਰਖਾ ਵਾਲਾ ਨਫ਼ਰਤ ਵਾਲਾ ਜਿਹੜਾ ਬੰਦਾ, ਤਾਤ ਪਰਾਈ ਜਿਹਦੇ ਅੰਦਰ ਹੁੰਦੀ ਉਹਦਾ ਭਲਾ ਨਹੀਂ ਜੇ ਹੋਇਆ ਕਰਦਾ। ਈਰਖਾ ਨਫ਼ਰਤ ਸਾੜਾ ਜਿਹਦੇ ਅੰਦਰ ਹੋਵੇ, ਮੰਦਾ ਚਿਤਵਤ ਪਚਿਆ, ਜਿਹੜਾ ਕਿਸੇ ਦੇ ਪ੍ਰਤੀ ਈਰਖਾ ਰੱਖਦਾ ਹੈ, ਮਾੜਾ ਸੋਚਦਾ ਹੈ, ਸੱਚ ਜਾਣੇ ਉਹਦਾ ਆਪਣਾ ਭਲਾ ਕਦੇ ਨਹੀਂ ਹੋ ਸਕਦਾ। ਇਸੇ ਕਰਕੇ ਬਾਰ-ਬਾਰ ਬਾਣੀ 'ਚ ਸਮਝਾਇਆ, ਪਰ ਕਾ ਬੁਰਾ ਨਾ ਰੱਖੋ ਚੀਤ, ਤੂੰ ਪਰਾਏ ਦਾ ਬੁਰਾ ਰੱਖਣਾ ਛੱਡ ਦੇ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ। ਤੇ ਸਿੱਖੀ ਨੂੰ ਇਹ ਸੋਚ ਦਿੱਤੀ, ਸਿੱਖਾ ਬੁਰਾ ਤੇ ਤੂੰ ਕਿਸੇ ਦਾ ਕਰਨਾ ਹੀ ਨਹੀਂ, ਤੇਰੀ ਤੇ ਸੋਚ ਹਮੇਸ਼ਾ ਹੀ ਬਣੀ ਰਹੇ, ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਭਲੇ ਦੀ ਸੋਚ ਸਤਿਗੁਰਾਂ ਨੇ ਦਿੱਤੀ ਹੈ, ਪਰ ਪ੍ਰਿਥੀ ਚੰਦ ਦੇ ਅੰਦਰ ਵੈਰ ਵਿਰੋਧ ਈਰਖਾ ਭਰੀ ਹੈ। ਬਾਬਾ ਮਹਾਦੇਵ ਉਹਨੂੰ ਸਮਝਾਉਂਦੇ ਹਨ, ਅਪਰ ਨਹੀਂ ਇਸ ਬਾਤ ਸਮਾਨ। ਕਹਿੰਦੇ ਜਿਹੜਾ ਮੇਲ ਜੋਲ ਵਿੱਚ ਸੁੱਖ ਹੈ ਨਾ, ਘਰ ਦੇ ਵਿੱਚ ਪਿਆਰ ਦੇ ਵਿੱਚ ਸੁੱਖ ਹੈ, ਉਹ ਈਰਖਾ ਤੇ ਲੜਾਈਆਂ ਦੇ ਵਿੱਚੋਂ ਕਦੇ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਹੈ। ਪੂਰਬ ਪਿਤਾ ਕਰੀ ਤੇ ਸਿਮਰਹੁ। ਚੇਤੇ ਰੱਖ ਪ੍ਰਿਥੀ ਚੰਦ ਜੀ ਆਪਣੇ ਵੱਡੇ ਭਰਾ ਨੂੰ ਇਹ ਗੱਲ ਸਮਝਾਉਂਦੇ ਨੇ, ਪਿਤਾ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ ਚੇਤੇ ਕਰਨਾ ਕਰ। ਜੀਅਤ ਆਪ ਹੀ ਕੀਨ ਮਹਾਨ। ਸਰੀਰਕ ਜਾਮੇ ਵਿੱਚ ਵਿਚਰਦਿਆਂ ਪਿਤਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪ ਹੀ ਇਹ ਵਡਿਆਈਆਂ ਛੋਟੇ ਪੁੱਤਰ ਨੂੰ, ਸਾਡੇ ਛੋਟੇ ਭਰਾ ਨੂੰ, ਗੁਰੂ ਅਰਜਨ ਸਾਹਿਬ ਨੂੰ ਵਡਿਆਈਆਂ ਆਪ ਬਖਸ਼ੀਆਂ ਹਨ। ਹਮ ਤੁਮ ਕਰਤਬ ਲੋਕਨ ਤਬ ਹੂੰ। ਮੈਂ ਵੀ ਦੇਖਦਾ ਸੀ, ਤੂੰ ਵੀ ਵੇਖਦਾ ਸੀ, ਸਾਡੇ ਸਾਰਿਆਂ ਦੇ ਵਹਿੰਦਿਆਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਛਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕਉ ਦੇ ਆਇਓ। ਜੋ ਭੱਟ ਸਾਹਿਬਾਨ ਨੇ ਬਚਨ ਕਹੇ ਨੇ ਕਿ ਆਪ ਇਹ ਜਿਹੜੀ ਗੁਰਗੱਦੀ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਖਸ਼ੀ ਹੈ। ਤੇ ਬਾਬਾ ਮਹਾਦੇਵ ਕਹਿੰਦੇ ਆਪਾਂ ਵੇਖਦੇ ਸਾਂ ਉਦੋਂ, ਬੈਠਾਇਓ ਗਾਦੀ ਸ਼ੁਭ ਥਾਨ। ਆਪ ਉਸ ਗੁਰਗੱਦੀ ਤੇ ਬਿਠਾਇਆ ਜਿਸ ਗੁਰਗੱਦੀ ਨੂੰ ਗੁਰੂ ਨਾਨਕ ਦੀ ਗੱਦੀ ਕਰਕੇ ਜਾਣਿਆ ਜਾਂਦਾ ਹੈ। ਛਲ ਬਲ ਕੋ ਕਰ ਆਪ ਨ ਲੀਨੀ। ਤੁਹਾਨੂੰ ਸਾਨੂੰ ਸਭ ਨੂੰ ਪਤਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੋਈ ਛਲ, ਕੋਈ ਬਲ, ਕੋਈ ਹੇਰਾ ਫੇਰੀ ਇਸ ਵਾਸਤੇ ਨਹੀਂ ਕੀਤੀ ਹੈ। ਸੇਵਾ ਕਰਤ ਰਹਿਓ ਪਿਤ ਪਾਸ। ਉਹ ਤਾਂ ਨਿਤ ਗੁਰੂ ਕੇ ਚਰਨਾਂ ਦੇ ਵਿੱਚ ਸੇਵਾ ਕਰਨ ਵਾਸਤੇ ਹਾਜ਼ਰ ਰਹਿੰਦੇ ਰਹੇ ਨੇ। ਕਦੀ ਵੀ ਗੁਰੂ ਪਾਤਸ਼ਾਹ ਦਾ ਹੁਕਮ ਉਹਨਾਂ ਨਹੀਂ ਸੀ ਮੋੜਿਆ। ਹਮੇਸ਼ਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਵਿੱਚ ਹੀ ਜੁੜੇ ਰਹਿੰਦੇ ਸਨ। ਤਿਨ ਰਜ਼ਾਈ ਮਹਿ ਰਾਜ਼ੀ ਰਹਿਨੋ। ਇਹ ਉਹ ਦਾਤ ਹੈ ਜਿਹਦੇ ਬਾਰੇ ਵਿੱਚ ਗੁਰੂ ਨਾਨਕ ਸਾਹਿਬ ਕਹਿ ਗਏ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇੱਥੇ ਤੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਗੱਲ ਤੇ ਹੁਕਮ ਮੰਨਣ ਦੀ ਹੈ, ਤੇ ਉਹਨੇ ਹਮੇਸ਼ਾ ਪਿਤਾ ਦੇ ਹੁਕਮ ਨੂੰ ਰੱਬ ਦੀ ਰਜ਼ਾ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨਾਂ ਨੂੰ ਮੰਨਿਆ ਕਿ ਹੈ, ਉਸ ਰਜ਼ਾ ਵਿੱਚ ਰਾਜੀ ਰਹਿਣਾ ਕੀਤਾ ਹੈ। ਇਤਿਆਤਕ ਜਿਸਮੈ ਗੁਣ ਰਾਸ। ਰਜ਼ਾ ਵਿੱਚ ਰਾਜੀ ਰਹਿਣਾ, ਹਰ ਵਕਤ ਪਿਤਾ ਦਾ ਹੁਕਮ ਮੰਨਣਾ, ਗੁਰੂ ਦਾ ਹੁਕਮ ਮੰਨਣਾ, ਜਿਹਦੇ ਵਿੱਚ ਇੰਨੇ ਮਹਾਨ ਗੁਣ ਨੇ, ਉਹ ਸਾਡਾ ਭਰਾ ਗੁਰੂ ਅਰਜਨ ਸਾਹਿਬ ਹੈ। ਰਹਿ ਅਨੁਸਾਰ ਨ ਆਪ ਜਨਾਇਓ। ਹਮੇਸ਼ਾ ਉਹ ਗੁਰੂ ਦੀ ਅਨੁਸਾਰੀ ਹੋ ਕਰਕੇ ਆਗਿਆ ਦੇ ਵਿੱਚ ਰਹੇ ਨੇ। ਕਦੀ ਉਹਨਾਂ ਨੇ ਆਪਣੇ ਆਪੇ ਨੂੰ ਕਿਤੇ ਵੀ ਜਣਾਇਆ ਨਹੀਂ ਹੈ। ਬਿਨੈ ਕਰਤ ਸਭ ਦਾਸਨ ਦਾਸ। ਕਹਿੰਦੇ ਹਮੇਸ਼ਾ ਹੀ ਦਾਸਾਂ ਦੇ ਦਾਸ ਬਣ ਕੇ ਉਹ ਬੇਨਤੀਆਂ ਕਰਦੇ ਰਹੇ, ਗੁਰੂ ਚਰਨਾਂ ਦੇ ਵਿੱਚ ਟਿਕ ਕੇ ਰਹੇ। ਕਦੀ ਕੋਈ ਚਲਾਕੀ ਨਹੀਂ ਵਰਤੀ, ਕੋਈ ਹੇਰਾ ਫੇਰੀ ਸਾਡੇ ਭਰਾ ਗੁਰੂ ਅਰਜਨ ਸਾਹਿਬ ਨੇ ਨਹੀਂ ਕੀਤੀ। ਇਹ ਬਾਬਾ ਮਹਾਦੇਵ ਜੀ ਗੱਲ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਸਮਝਾਉਂਦੇ ਹਨ। ਅਜਰ ਜਰਨ ਅਰ ਕਰਨ ਭਜਨ ਬਹੋ। ਉਹ ਅਜਰ ਨੂੰ ਜਰਨ ਵਾਲੇ ਨੇ, ਬੇਅੰਤ ਤਾਕਤਾਂ ਦੇ ਹੁੰਦਿਆਂ ਹੋਇਆਂ ਵੀ, ਬੇਅੰਤ ਸ਼ਕਤੀਆਂ ਦੇ ਮਾਲਕ ਹੁੰਦਿਆਂ ਵੀ। ਇੱਕ ਜਿਵੇਂ ਤੇ ਬਾਬਾ ਪ੍ਰਿਥੀ ਚੰਦ ਮਾੜੀਆਂ ਭੈੜੀਆਂ ਚਾਲਾਂ ਚੱਲਦੇ ਨੇ ਨਾ, ਜੇ ਗੁਰੂ ਅਰਜਨ ਸਾਹਿਬ ਇੱਕ ਵਾਰ ਕਹਿੰਦੇ ਨਾ ਪ੍ਰਿਥੀ ਚੰਦ ਤੇਰਾ ਰਹੇ ਕੱਖ ਨਾ, ਤੇ ਸੱਚ ਜਾਣਿਓ ਪ੍ਰਿਥੀ ਚੰਦ ਦਾ ਰਹਿਣਾ ਕੱਖ ਨਹੀਂ ਸੀ। ਇਹ ਤੇ ਵੱਖਰੀ ਗੱਲ ਹੈ ਕਿ ਉਹ ਈਰਖਾ ਕਰਦਾ ਹੈ ਤੇ ਸਤਿਗੁਰੂ ਭਲਾ 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 ਕਰਦੇ ਨੇ ਕਿ ਤੇਰਾ ਭਲਾ ਹੋਵੇ। ਗੁਰੂ ਨੇ ਕਦੀ ਸੋਚ ਵਿੱਚ ਵੀ ਨਹੀਂ ਕਦੀ ਕਿਸੇ ਦੇ ਪ੍ਰਤੀ ਮਾੜਾ ਨਹੀਂ ਲੈ ਕੇ ਆਉਂਦਾ। ਇਹ ਗੁਰੂ ਦੀ ਸਿਫਤ ਹੋਇਆ ਕਰਦੀ। ਅਜਰ ਨੂੰ ਜਰਨ ਵਾਲੇ ਨੇ, ਬੇਅੰਤ ਸ਼ਕਤੀਆਂ ਦੇ ਮਾਲਕ ਹੋ ਕੇ ਵੀ ਕਦੀ ਆਪਣੇ ਆਪੇ ਨੂੰ ਉਹਨਾਂ ਨਹੀਂ ਜਣਾਇਆ। ਇਹ ਤਾਕਤਾਂ ਦੇ ਮਾਲਕ ਹਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਇੱਕ ਵਾਰ ਸਾਰੇ ਪਿਆਰ ਨਾਲ ਆਖੋ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਭੱਟ ਸਾਹਿਬਾਨ ਨੇ ਤੇ ਕਹਿ ਦਿੱਤਾ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਵੇਂ ਕੋਈ ਰਾਮ ਰਾਮ ਆਖੇ, ਕੋਈ ਅੱਲਾ ਅੱਲਾ ਆਖੇ, ਕੋਈ ਸਤਨਾਮ ਵਾਹਿਗੁਰੂ ਆਖੇ, ਉਹਦਾ ਭਲਾ ਹੈ। ਤੇ ਜਿਹਨੇ ਪਿਆਰ ਨਾਲ ਜਪਿਓ ਜਿਹਨੇ ਅਰਜਨ ਦੇਵ ਗੁਰੂ, ਪਿਆਰ ਨਾਲ ਕਹਤਾ ਨਾ ਧੰਨ ਧੰਨ ਗੁਰੂ ਅਰਜਨ ਦੇਵ ਜੀ। ਜਿਵੇਂ ਆਪਾਂ ਕਹਿੰਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਦਾ ਵੀ ਪਿਆਰ ਨਾਲ ਕੋਈ ਨਾਂ ਲੈਂਦਾ ਹੈ, ਉਹਦਾ ਵੀ ਭਲਾ ਹੈ। ਗੁਰੂ ਤੇ ਉਹ ਵਡਿਆਈਆਂ ਦਾ ਮਾਲਕ ਹੈ ਜੀ। ਸੇਵਤ ਕਰੇ ਪ੍ਰਸੰਨ ਪਿਤਾ ਸੋ। ਕਹਿੰਦੇ ਜਿੱਥੇ ਅਜਰ ਨੂੰ ਜਰਨ ਵਾਲੇ ਨੇ, ਦਿਨ ਰਾਤ ਪਰਮੇਸ਼ਰ ਦੀ ਭਗਤੀ ਵਿੱਚ ਇੱਕਮਿਕ ਰਹਿ ਕਰਕੇ ਉਸ ਮਾਲਕ ਦੀ ਯਾਦ ਵਿੱਚ ਜੁੜੇ ਤੇ ਸਾਨੂੰ ਜੁੜਨਾ ਸਿਖਾਇਆ ਹੈ।
ਤੇ ਉਹਨਾਂ ਨੇ ਹਮੇਸ਼ਾ ਪਿਤਾ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕੀਤਾ ਹੈ। ਬੋਲਨ ਬਨੇ ਤੁਮਾਰੋ ਤਬ ਹੂੰ। ਪ੍ਰਿਥੀ ਚੰਦ ਜੀ, ਜੇ ਜਿਹੜੀ ਗੱਲ ਕਰਨੀ ਸੀ ਉਸ ਵਕਤ ਤੁਹਾਡਾ, ਜਦੋਂ ਪਿਤਾ ਜੀ ਸਰੀਰਕ ਜਾਮੇ ਵਿੱਚ ਵਿਚਰਦੇ ਸੀ, ਉਦੋਂ ਤੁਹਾਡਾ ਬੋਲਣਾ ਤੇ ਬਣਦਾ ਸੀ। ਅਬ ਇਸ ਕੋ ਨਹਿ ਬਨਹਿ ਉਪਾਓ। ਪਰ ਹੁਣ ਤੁਹਾਡਾ ਈਰਖਾ ਕਰਨਾ ਸ਼ੋਭਾ ਨਹੀਂ ਦਿੰਦਾ ਹੈ। ਕਿਉ ਅਬ ਬਾਦ ਬਾਦ ਬਡ ਬਦ ਤੇ। ਕਿਉਂ ਵਿਅਰਥ ਦੀਆਂ ਗੱਲਾਂ ਵਧਾ ਕੇ ਐਵੇਂ ਵਾਧੂ ਦਾ ਝਗੜਾ ਤੁਸੀਂ ਪਾ ਕੇ ਬੈਠੇ ਹੋ। ਸ਼ੁਭ ਗੁਣ ਅਬ ਨਿਜ ਮਨ ਮਹਿ ਲਿਆਓ। ਤੇ ਸ਼ੁਭ ਗੁਣ ਜਿਹੜੇ ਨੇ ਉਹਨਾਂ ਦੇ ਧਾਰਨੀ ਹੋਣਾ ਕਰੋ, ਕਿਉਂਕਿ ਗੁਣਾ ਕਰਕੇ ਹੀ ਹਰ ਬੰਦੇ ਦਾ ਸਤਿਕਾਰ ਹੋਇਆ ਕਰਦਾ ਹੈ। ਅਪਰ ਸੁਜਸ ਅਰ ਅਪਰ ਪ੍ਰਤਾਪੂ। ਕਹਿੰਦੇ ਜਿਹੜਾ ਕਿਸੇ ਦੂਸਰੇ ਦੀ ਵਡਿਆਈ, ਦੂਸਰੇ ਦਾ ਜਿਹੜਾ ਪ੍ਰਤਾਪ ਹੈ, ਸੁਨ ਕਰ ਸਦਾ ਹਿਰਦੇ ਹਰਿ ਖਾਓ। ਕਹਿੰਦੇ ਉਹਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ। ਜੇ ਕਿਸੇ ਨੂੰ ਵਡਿਆਈ ਮਿਲਦੀ ਹੈ, ਕਿਸੇ ਦਾ ਪ੍ਰਤਾਪ ਵੱਧਦਾ ਹੈ, ਸਾਨੂੰ ਵੀ ਖੁਸ਼ ਹੋਣਾ ਚਾਹੀਦਾ। ਜਿੰਨਾ ਗੁਣਾ ਕਰਕੇ ਉਹਦੀ ਵਡਿਆਈ ਹੋਈ ਹੈ, ਪ੍ਰਤਾਪ ਮਿਲਿਆ, ਉਹ ਗੁਣ ਸਾਨੂੰ ਵੀ ਆਪਣੇ ਜੀਵਨ ਵਿੱਚ ਧਾਰਨ ਕਰਨੇ ਚਾਹੀਦੇ ਹਨ। ਉਹਨੇ ਚੰਗੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਪਰ ਸੁਖ ਸੰਪਦ ਕਰੋ ਬਿਲੋਕਨ। ਕਹਿੰਦੇ ਪਰਾਏ ਸੁੱਖ, ਪਰਾਏ ਘਰ ਦੀਆਂ ਖੁਸ਼ੀਆਂ ਨੂੰ ਜਦੋਂ ਕੋਈ ਬੰਦਾ ਵੇਖੇ ਤੇ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ ਹੈ। ਨਿਜ ਸੁਖ ਸਮ ਤਿਸ ਕਰ ਚਿਤ ਚਾਓ। ਕਹਿੰਦੇ ਉਹਨੂੰ ਐ ਲੱਗੇ ਕਿ ਜਿਵੇਂ ਮੇਰੇ ਘਰ 'ਚ ਹੀ ਸੁੱਖ ਆਇਆ। ਕਿਸੇ ਦੇ ਘਰ ਦਾ ਸੁੱਖ ਆਪਣੇ ਘਰ ਦਾ ਸੁੱਖ ਜਾਣ ਕੇ ਇਹੋ ਜੀ ਖੁਸ਼ੀ ਜਿਹੜੀ ਹੈ ਮਨ ਵਿੱਚ ਹਮੇਸ਼ਾ ਰੱਖਣੀ ਚਾਹੀਦੀ। ਕਿਸੇ ਦੇ ਘਰ ਦਾ ਵਿੱਚ ਖੁਸ਼ੀਆਂ ਆਈਆਂ, ਉਹ ਸੋਚੇ ਚਲੋ ਮੇਰੇ ਘਰ ਹੀ ਆਈਆਂ, ਇਸ ਤਰ੍ਹਾਂ ਕਰਕੇ ਕਿਸੇ ਦੀ ਖੁਸ਼ੀ ਨਾਲ ਆਪ ਖੁਸ਼ ਹੋਣਾ ਚਾਹੀਦਾ। ਕਿਸੇ ਦੇ ਘਰ 'ਚ ਸੁੱਖ ਸੰਪਤੀ ਵਧੀ ਹੈ, ਆਪ ਵੀ ਖੁਸ਼ ਹੋਣਾ ਚਾਹੀਦਾ ਹੈ, ਮੇਰੇ ਘਰ ਹੀ ਹੈ ਸਮਝ ਲਓ। ਇਸ ਤਰੀਕੇ ਦਾ ਭਾਵ ਮਨ ਵਿੱਚ ਰੱਖ ਕੇ ਕਿਸੇ ਦੀ ਖੁਸ਼ੀ ਵੇਖ ਕੇ ਮਨ ਵਿੱਚ ਈਰਖਾ ਨਹੀਂ ਲਿਆਉਣੀ ਚਾਹੀਦੀ। ਪਰ ਦੁਖ ਦੇਖ ਦਇਆ ਕਹੋ ਠਾਨੋ। ਕਿਸੇ ਦੀ ਖੁਸ਼ੀ ਵੇਖ ਕੇ ਖੁਸ਼ ਹੋਣਾ, ਤੇ ਜੇ ਕਿਸੇ ਦਾ ਦੁੱਖ ਵੇਖੋ ਨਾ ਤੇ ਫਿਰ ਹਿਰਦੇ ਵਿੱਚ ਦਇਆ ਲੈ ਕਰਕੇ ਆਉਣਾ ਕਰੋ। ਮਾਨੋ ਸਭ ਕੋ ਆਪਨ ਸਮਾਨ। ਇਸ ਤਰ੍ਹਾਂ ਸਮਝੋ ਕਿ ਸਾਰੇ ਤੁਹਾਡੇ ਆਪਣੇ ਵੀ ਨੇ, ਆਪਣੇ ਸਮਾਨ ਸਾਰਿਆਂ ਨੂੰ ਜਾਣਨਾ ਕਰੋ। ਜੇ ਤੁਹਾਨੂੰ ਦੁੱਖ ਹੈ ਤੇ ਦੂਜੇ ਨੂੰ ਵੀ ਦੁੱਖ ਲੱਗਦਾ। ਜੇ ਤੁਹਾਨੂੰ ਸੁੱਖ ਚੰਗਾ ਲੱਗਦਾ, ਦੂਜੇ ਨੂੰ ਵੀ ਚੰਗਾ ਲੱਗਦਾ। ਇਸ ਕਰਕੇ ਈਰਖਾ ਨਹੀਂ ਕਰਨੀ। ਜੇ ਕਿਸੇ ਕੋ ਜੋ ਚਾਹੁੰਦੇ ਹੋ ਉਹੋ ਜੀ ਆਸ ਆਪਣੇ ਵੱਲੋਂ ਵੀ ਉਸੇ ਤਰੀਕੇ ਦਾ ਵਿਵਹਾਰ ਕਰੋ। ਜੇ ਕਿਸੇ ਕੋਲੋਂ ਜੀ ਅਸੀਂ ਅਖਵਾਉਣਾ ਚਾਹੁੰਦੇ ਹਾਂ ਤੇ ਅਸੀਂ ਅਗਲੇ ਨੂੰ ਜੀ ਕਰਕੇ ਬੋਲੀਏ। ਜੇ ਅਸੀਂ ਚਾਹੁੰਦੇ ਹਾਂ ਲੋਕ ਸਾਡੀਆਂ ਖੁਸ਼ੀਆਂ ਨੂੰ ਵੇਖ ਕੇ ਖੁਸ਼ ਹੋਣ ਤੇ ਅਸੀਂ ਵੀ ਦੂਸਰੇ ਦੀਆਂ ਖੁਸ਼ੀਆਂ ਵੇਖ ਕੇ ਖੁਸ਼ ਹੋਇਆ ਕਰੀਏ। ਇਮ ਗੁਰਮੁਖ ਸੰਤਨ ਕੋ ਮਾਰਗ। ਕਹਿੰਦੇ ਇਹ ਗੁਰਮੁਖਾਂ ਦਾ, ਸੰਤਾਂ ਦਾ, ਭਗਤਾਂ ਦਾ ਮਾਰਗ ਹੈ। ਉਹ ਕਦੀ ਵੀ ਕਿਸੇ ਨਾਲ ਈਰਖਾ ਨਹੀਂ ਕਰਦੇ, ਉਹ ਦੂਜੇ ਦੀ ਖੁਸ਼ੀ ਦੇ ਵਿੱਚ ਹੀ ਖੁਸ਼ ਹੁੰਦੇ ਹਨ। ਸੇ ਪਰ ਲੋਕ ਲਹੈ ਸਨਮਾਨ। ਇਹੋ ਜਿਹੇ ਸੰਤ ਗੁਰਮੁਖ ਜਿਹੜੇ ਈਰਖਾ ਨਫ਼ਰਤ ਤੋਂ ਰਹਿਤ ਹੋ ਕੇ ਕਿਸੇ ਦੀ ਖੁਸ਼ੀ ਵੇਖ ਕੇ ਖੁਸ਼, ਤੇ ਦੁੱਖ ਕਿਸੇ ਦਾ ਵੇਖ ਕੇ ਹਿਰਦੇ ਵਿੱਚ ਦਇਆ ਧਾਰਨ ਕਰਕੇ ਉਹਦੇ ਦੁੱਖ ਨੂੰ ਵੰਡਾਉਂਦੇ ਨੇ। ਕਹਿੰਦੇ ਇਹੋ ਜਿਹੇ ਸੰਤ ਲੋਕ ਵਿੱਚ ਤੇ ਪਰਲੋਕ ਵਿੱਚ ਮਾਣ ਪ੍ਰਾਪਤ ਕਰਦੇ ਹਨ। ਬੇਮੁਖ ਸਾਖਤ ਕੇ ਮਨ ਅਵਗੁਣ। ਪਰ ਜਿਹੜਾ ਬੰਦਾ ਬੇਮੁਖ ਹੋ ਗਿਆ, ਗੁਰੂ ਤੋਂ ਮੁਖ ਹੀ ਜਿਹਦਾ ਮੁੜ ਗਿਆ, ਸਾਖਤ ਬੰਦਾ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਹੈ, ਕਹਿੰਦੇ ਉਹਦੇ ਮਨ ਦੇ ਵਿੱਚ ਤੇ ਹਮੇਸ਼ਾ ਔਗਣ ਹੀ ਭਰੇ ਰਹਿੰਦੇ ਹਨ। ਸੋ ਤਿਆਗੋ ਨ ਕਬਹੂ ਠਾਨ। ਕਹਿੰਦੇ ਇਸ ਕਰਕੇ ਨਾ ਔਗਣਾਂ ਨੂੰ ਆਪਣੇ ਹਿਰਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਇਹ ਔਗਣ ਕਿਸੇ ਦਾ ਭਲਾ ਨਹੀਂ ਕਰਦੇ ਹਨ। ਸੁਨੇ ਅਪਰ ਜਸ ਤਪੇ ਅਦਕ ਤਿਸ। ਕਹਿੰਦੇ ਇਹ ਜਿਹੜੇ ਔਗਣ ਜਿਹਦੇ ਅੰਦਰ ਭਰੇ ਹੁੰਦੇ ਨੇ, ਉਹਦੀ ਅਵਸਥਾ ਹੈ ਕਿ ਉਹ ਸਾਖਤ ਬੇਮੁਖ ਬੰਦਾ ਜਦੋਂ ਕਿਸੇ ਦੀ ਵਡਿਆਈ ਸੁਣਦਾ ਹੈ, ਉਹ ਹਿਰਦੇ ਕਰਕੇ ਅੰਦਰੋਂ ਈਰਖਾ ਦੇ ਵਿੱਚ ਅੱਗ ਬਬੂਲਾ ਹੋ ਜਾਂਦਾ ਹੈ। ਇਹ ਸਾਖਤ ਤੇ ਬੇਮੁਖ ਬੰਦੇ ਦੇ ਲੱਛਣ ਹਨ। ਨਿਸਬਾਸੁਰ ਚਿੰਤਾ ਗਲਤਾਨ। ਕਿਸੇ ਦੀ ਵਡਿਆਈ ਵੇਖ ਕੇ ਉਹ ਐਵੇਂ ਚਿੰਤਾ ਫਿਕਰਾਂ ਵਿੱਚ ਪਿਆ ਰਹਿੰਦਾ ਹੈ। ਇਹ ਸਾਖਤਾਂ ਵਾਲੇ ਗੁਣ ਹੋਇਆ, ਅਵਗਣ ਹੋਇਆ ਕਰਦੇ ਹਨ। ਅਪਰਨ ਕੈ ਸੰਪਦ ਸੁਖ ਦੇਖੈ। ਕਹਿੰਦੇ ਕਿਸੇ ਦਾ ਸੁੱਖ, ਕਿਸੇ ਦੀ ਸੰਪਤਾ ਜਦੋਂ ਉਹ ਵੇਖਦੇ ਹਨ, ਨਾਹਕ ਦੁਖ ਤਿਨ ਕੇ ਉਪਜਾਏ। ਅਕਾਰਨ ਹੀ ਉਹਨਾਂ ਦੇ ਹਿਰਦਾ ਦੁਖੀ ਹੋਈ ਜਾਏਗਾ। ਇਹ ਸਾਖਤ ਦੇ ਗੁਣ ਨੇ। ਜਿਵੇਂ ਕਿਸੇ ਦੇ ਪੈਰ 'ਚ ਕੰਡਾ ਚੁਭਿਆ ਹੋਵੇ, ਉਹ ਕੋ ਤੁਰਨਾ ਬੜਾ ਔਖਾ ਹੁੰਦਾ। ਸਾਖਤ ਦੀ ਵੀ ਇਹੀ ਅਵਸਥਾ ਹੈ। ਉਹਦੇ ਅੰਦਰ ਹਉਮੈ ਮੈਂ ਮੇਰੀ ਦਾ ਕੰਡਾ ਹੈ। ਉਹ ਫਿਰ ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੇ, ਹੁਣ ਪੈਰ 'ਚ ਕੰਡਾ ਚੁਭਿਆ ਹੋਵੇ ਤੇ ਤੁਰਨਾ ਔਖਾ ਹੈ। ਉਹੋ ਜਿਹਾ ਸਾਖਤ ਬੰਦੇ ਦਾ ਸੁਭਾਅ ਹਉ ਮੈਂ ਮੇਰੀ ਦਾ ਕੰਡਾ ਉਹਨੂੰ ਤੁਰ ਨਹੀਂ ਦਿੰਦਾ। ਉਹ ਹਮੇਸ਼ਾ ਹੀ ਈਰਖਾ ਕਰੀ ਜਾਂਦਾ ਹੈ। ਉਹ ਕਿਸੇ ਦਾ ਸੁੱਖ ਵੇਖ ਕੇ ਖੁਸ਼
ਨਹੀਂ ਹੁੰਦਾ। ਉਹਦੇ ਅੰਦਰ ਕਿਸੇ ਦਾ ਸੁੱਖ ਵੇਖ ਕੇ ਅੰਦਰ ਦੁੱਖ ਪੈਦਾ ਹੋ ਜਾਂਦਾ ਹੈ। ਜੇ ਉਜਰੈ ਬਿਗੜੈ ਕਿਸ ਕਾਰਜ, ਕਹਿੰਦੇ ਜੇ ਕੋਈ ਕਿਸੇ ਬੰਦੇ ਦਾ ਉਜਾੜਾ ਹੁੰਦਾ ਹੈ, ਕਿਸੇ ਦਾ ਕਾਰਜ ਵਿਗੜਦਾ ਹੈ ਕਿਸੇ ਕਾਰਨ ਕਰਕੇ, ਨਿਜ ਹਿਤ ਤੇ ਚੌਗਨ ਅਰਖਾਏ। ਇਹ ਸਾਕਤ ਬੇਮੁਖ ਬੰਦੇ ਹਿਰਦੇ ਵਿੱਚ ਬੜੇ ਚੌਗਣੇ ਖੁਸ਼ ਹੁੰਦੇ ਨੇ ਕਿ ਚਲੋ ਕਿਸੇ ਦਾ ਨੁਕਸਾਨ ਹੋਇਆ, ਇਹ ਮਾੜਾ ਹੋਇਆ, ਉਜਾੜਾ ਹੋ ਗਿਆ, ਉਹ ਉਜਾੜੇ ਨੂੰ ਵੇਖ ਕੇ ਖੁਸ਼ ਹੁੰਦੇ ਨੇ। ਪਰ ਜਿਹੜਾ ਗੁਰਮੁਖ ਬੰਦਾ ਹੈ ਕਿਸੇ ਦਾ ਵੀ ਨੁਕਸਾਨ ਵੇਖ ਕੇ ਕਦੀ ਖੁਸ਼ ਨਹੀਂ ਹੋਇਆ ਕਰਦਾ ਹੈ। ਸ਼ਤਰ ਮਿੱਤਰ ਸਮ ਕੋ ਹੋਏ ਆਛੋ, ਕਹਿੰਦੇ ਉਹਦੇ ਵਾਸਤੇ ਮਿੱਤਰ ਵੀ ਦੁਸ਼ਮਣ ਬਣ ਜਾਂਦੇ ਨੇ। ਉਹਦੇ ਵਾਸਤੇ ਕੋਈ ਸ਼ਤਰ ਮਿੱਤਰ ਦਾ ਭਾਵ ਨਹੀਂ। ਜਿਹੜਾ ਇਸ ਤਰ੍ਹਾਂ ਦੀ ਈਰਖਾ ਦੀ ਅਗਨੀ ਦੇ ਵਿੱਚ ਸੜਿਆ ਰਹਿੰਦਾ ਹੈ, ਉਹ ਮਿੱਤਰਾਂ ਨੂੰ ਵੀ ਦੁਸ਼ਮਣ ਸਮਝਣ ਲੱਗ ਪੈਂਦਾ ਹੈ। ਬਿਕਤ ਸੁਨਤ ਹੀ ਜਵਰ ਚੜ ਜਾਏ। ਕੋਈ ਮਿੱਤਰ ਹੋਵੇ, ਸੱਤਰ ਹੋਵੇ, ਉਹ ਕਿਸੇ ਦੀ ਵਡਿਆਈ ਵੇਖ ਕੇ, ਸ਼ੋਭਾ ਵੇਖ ਕੇ ਉਹਨੂੰ ਤੇ ਮਾਨੋ ਬੁਖਾਰ ਚੜ ਜਾਂਦਾ ਹੈ। ਜਤਨ ਕਰੇ ਅਰ ਬਾਕਨ ਬੋਲਹਿ, ਕਹਿੰਦੇ ਉਹ ਯਤਨ ਕਰਦਾ ਏ, ਮੁਖ ਤੋਂ ਇਹੋ ਜਿਹੇ ਬੋਲ ਬੋਲਦਾ ਹੈ ਜਿਸ ਤੇ ਕਿਸ ਕੋ ਬਿਗੜ ਸੋ ਜਾਏ। ਜਿਸ ਨਾਲ ਕਿਸੇ ਦਾ ਵਿਗਾੜ ਪੈ ਜਾ ਹੋ ਜੇ। ਇਹ ਸਾਕਤ ਬੰਦੇ ਦੀਆਂ ਅਵਸਥਾਵਾਂ ਨੇ। ਤੇ ਸਤਿਗੁਰੂ ਦੀ ਬਾਣੀ ਪੜ੍ਹਦੇ ਹੋ, ਜਿਹੜਾ ਬੰਦਾ ਸਾਕਤ ਹੋਵੇ, ਬੇਮੁਖ ਹੋਵੇ। ਬੇਮੁਖ ਬਾਰੇ ਤੇ ਰੋਜ਼ ਗੁਰੂ ਕਾ ਸਿੱਖ ਆਨੰਦ ਸਾਹਿਬ ਦੀ ਬਾਣੀ ਚ ਪੜ੍ਹਦਾ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਏ, ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਗੈਰ ਬੇਮੁਖ ਬੰਦੇ ਦਾ ਕਦੀ ਭਲਾ ਨਹੀਂ ਹੋ ਸਕਦਾ। ਜਿਸ ਤਰੀਕੇ ਦੇ ਨਾਲ ਗੰਨੇ ਦੇ ਵਿੱਚੋਂ ਫੋਕ ਨਿਕਲ ਜਾਂਦੀ ਹੈ ਨਾ, ਤੇ ਉਸ ਫੋਕ ਨੂੰ, ਉਹਦੇ ਛਿਲੜਾਂ ਨੂੰ ਕੋਈ ਸੰਭਾਲਦਾ ਨਹੀਂ ਹੈ। ਇਸੇ ਤਰੀਕੇ ਨਾਲ ਸਰੀਰ ਚੋਂ ਆਤਮਾ ਨਿਕਲ ਜੇ, ਸਰੀਰ ਨੂੰ ਕੋਈ ਨਹੀਂ ਸੰਭਾਲਦਾ। ਇਸੇ ਤਰ੍ਹਾਂ ਬੇਮੁਖ ਬੰਦੇ ਦੀ ਅਵਸਥਾ ਹੈ, ਉਹਦੀ ਵੀ ਲੋਕ ਪਰਲੋਕ ਦੇ ਵਿੱਚ ਕੋਈ ਕਦਰ ਨਹੀਂ ਕਰਿਆ ਕਰਦਾ ਹੈ। ਤੇ ਦੂਸਰੇ ਪਾਸੇ ਸਾਕਤ ਤੇ ਸੂਕਰ ਭਲਾ। ਸਾਕਤ ਬੰਦੇ ਨਾਲੋਂ ਸੂਰ ਚੰਗਾ ਹੈ। ਕਿਉਂ? ਕਿਉਂਕਿ ਸੂਰ ਜਿਸ ਪਿੰਡ ਵਿੱਚ, ਇਲਾਕੇ 'ਚ ਰਹੇਗਾ, ਉਸ ਪਿੰਡ ਦੀ ਗੰਦਗੀ ਖਾ ਕੇ ਉਸ ਗੰਦਗੀ ਨੂੰ ਸਾਫ਼ ਤੇ ਕਰਦਾ। ਸਾਕਤ ਤੇ ਸੂਕਰ ਭਲਾ ਰੱਖੈ ਆਛਾ ਗਾਉਂ, ਘੱਟੋ ਘੱਟ ਪਿੰਡ ਨੂੰ ਤੇ ਥਾਂ ਨੂੰ ਤੇ ਚੰਗਾ ਰੱਖਦਾ। ਪਰ ਸਾਕਤ ਬੰਦਾ ਤੇ ਜਿੱਥੇ ਜਾਏਗਾ ਉਹ ਈਰਖਾ ਨਫ਼ਰਤ ਦੇ ਬੋਲਾਂ ਵਿੱਚ ਗੰਦਗੀ ਖਿਲਾਰਦਾ ਜਾਂਦਾ। ਸੂਰ ਘੱਟੋ ਘੱਟ ਗੰਦ ਖਤਮ ਕਰਦਾ ਹੈ, ਗੰਦ ਚੁਗਦਾ ਹੈ, ਉਹ ਚੰਗਾ ਹੈ ਸਾਕਤ ਬੰਦੇ ਨਾਲ। ਪਰ ਸਾਕਤ ਬੰਦਾ ਤੇ ਇਹੋ ਜਿਹਾ ਹੈ, ਜਿਵੇਂ ਕਿਸੇ ਕਾਲੀ ਥਾਂ ਦੇ ਕੋਲੋਂ ਵੀ ਲੰਘ ਜਾਈਏ ਨਾ, ਤੇ ਉਹ ਕੱਪੜੇ ਸਾਡੇ ਵੀ ਕਾਲੇ ਹੋ ਜਾਂਦੇ ਨੇ। ਕਹਿੰਦੇ ਇਹੋ ਜਿਹਾ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਕਹਿੰਦੇ ਪਾਸੇ ਹੀ ਰਹਿਣਾ ਚਾਹੀਦਾ ਹੈ। ਇਹ ਸਤਿਗੁਰੂ ਬਾਣੀ 'ਚ ਕਹਿੰਦੇ ਨੇ। ਇਸ ਤਰ੍ਹਾਂ ਸਾਕਤ ਦੀ ਅਵਸਥਾ ਵੀ ਬਾਬੇ ਪ੍ਰਿਥੀ ਚੰਦ ਨੇ ਦੱਸਣਾ ਕੀਤੀ ਹੈ। ਤੇ ਦੂਸਰੇ ਪਾਸੇ ਗੁਰਮੁਖ ਦੀ ਅਵਸਥਾ, ਬਾਬਾ ਪ੍ਰਿਥੀ ਚੰਦ ਨੂੰ ਬਾਬਾ ਮਹਾਦੇਵ ਜੀ ਇਹ ਗੱਲਾਂ ਕਰਦੇ ਹੈ, ਬੜੇ ਤਰੀਕੇ ਨਾਲ ਸਮਝਾਉਂਦੇ ਨੇ। ਪਰ ਸਮਝਾਉਣ ਦੇ ਬਾਵਜੂਦ ਵੀ ਜਿਵੇਂ ਕਿਤੇ ਕਈ ਵਾਰ ਵੇਖਿਆ ਜਾਂਦਾ ਹੈ ਕਿ ਪੱਥਰ ਨੂੰ ਅਸੀਂ ਪਾਣੀ ਵਿੱਚ ਰੱਖ ਕਰਕੇ ਚਾਹੀਏ ਕਿ ਪੱਥਰ ਭਿੱਜ ਜਾਏ, ਤੇ 100 ਸਾਲ ਵੀ ਰੱਖੀਏ ਤੇ ਪੱਥਰ ਭਿੱਜਦਾ ਨਹੀਂ। ਗੁਰੂ ਘਰ ਦੇ ਵਿੱਚ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸੇ ਸਿੱਖ ਨੂੰ ਸਮਝਾਇਆ ਸੀ। ਕਹਿੰਦੇ ਭਾਂਡੇ ਕਈ ਲੋਕ ਇਸ ਤਰ੍ਹਾਂ ਆਉਂਦੇ ਨੇ ਜਿਵੇਂ ਪਤਾਸੇ ਵਰਗੇ ਹੋਣ, ਤੇ ਕਈ ਪੱਥਰ ਵਰਗੇ। ਪੱਥਰ ਨੂੰ ਪਾਣੀ 'ਚ ਪਾਇਆ ਉੱਦਾਂ ਦਾ ਉੱਦਾਂ ਹੀ ਨਿਕਲ ਗਿਆ, ਪਰ ਜਦੋਂ ਪਤਾਸੇ ਨੂੰ ਪਾਣੀ ਵਿੱਚ ਪਾਇਆ ਗਿਆ ਸਮਾਂ ਪਾ ਕੇ ਘੁਲ ਜਾਂਦਾ। ਕਈ ਗੁਰੂ ਕੋਲ ਆ ਕੇ ਆਪਣਾ ਆਪਾ ਸਮਰਪਿਤ ਕਰਕੇ ਸਾਰੇ ਭੇਦ ਮੁਕਾ ਲੈਂਦੇ ਨੇ। ਸਿੱਖ ਤੇ ਗੁਰੂ ਦਾ ਵੀ ਅੰਤਰ ਮੁਕਾ ਲੈਂਦੇ ਨੇ, ਗੁਰੂ ਵਿੱਚ ਭੇਦ ਹੋ ਜਾਂਦੇ ਆ। ਪਰ ਕਈ ਐਸੇ ਨੇ ਸਾਰੀ ਜ਼ਿੰਦਗੀ ਆਪਣੀ ਮੈਂ ਮੇਰੀ ਦੇ ਵਿੱਚ ਵੱਖਰੀ ਹੋਂਦ ਬਣਾ ਕੇ ਬੈਠੇ ਰਹਿੰਦੇ ਨੇ। ਇਸੇ ਤਰ੍ਹਾਂ ਬਾਬਾ ਪ੍ਰਿਥੀ ਚੰਦ ਈਰਖਾਲੂ ਸੁਭਾਅ ਦੇ ਵਿੱਚ ਬਾਬੇ ਮਹਾਦੇਵ ਦੀਆਂ ਵੀ ਗੱਲਾਂ ਨਹੀਂ ਮੰਨਦਾ। ਕਿਸ ਤਰੀਕੇ ਨਾਲ ਆਪਣੀ ਈਰਖਾ ਦੇ ਕਰਕੇ ਫਿਰ ਅੱਗੇ ਬਾਬਾ ਪ੍ਰਿਥੀ ਚੰਦ ਅੱਗੇ ਹਕੂਮਤ ਦੇ ਕੋਲ ਸ਼ਿਕਾਇਤਾਂ ਕਰਦਾ ਹੈ, ਬਾਦਸ਼ਾਹ ਦੇ ਕੋਲ ਜਾ ਕਰਕੇ ਸ਼ਿਕਾਇਤਾਂ ਕਰਦਾ ਹੈ। ਸੁਲੀ ਖਾਨ ਵਰਗਿਆਂ ਨੂੰ ਲੈ ਕੇ ਆਉਣ ਦੀਆਂ ਕਿਵੇਂ ਕੁਝੀਆਂ ਚਾਲਾਂ ਚੱਲਦਾ ਹੈ। ਇਹ ਸਾਰਾ ਪ੍ਰਸੰਗ ਇਤਿਹਾਸ ਦਾ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਇਸੇ ਤਰ੍ਹਾਂ ਪਿਆਰ ਨਾਲ ਹਾਜ਼ਰੀਆਂ ਭਰ ਕੇ ਪਿਆਰ ਨਾਲ ਸਰਵਣ ਕਰਨਾ ਜੀ। ਇੱਥੇ ਹੀ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਭ ਦੀ ਸੇਵਾ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲੱਗੀਏ। ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਵੀ ਦਈਏ। ਤੇ ਪਾਵਨ ਇਤਿਹਾਸ ਦੇ ਵਿੱਚੋਂ ਇਹ ਅਖੀਰਲੀਆਂ ਪੰਕਤੀਆਂ ਲੜੀ ਦੇ ਪ੍ਰਸੰਗ ਵਿੱਚੋਂ ਪੜ੍ਹ ਕੇ ਫਿਰ ਫਤਿਹ ਨਾਲ ਸਾਂਝ ਪਾਉਣਾ ਕਰੀਏ ਜੀ। ਸ਼ਤਰ ਮਿੱਤਰ ਸਮ ਕੋ ਹੋਏ ਆਛੋ, ਪਿਕਤ ਸੁਨਤ ਹੀ ਜਵਾਰ ਚੜ ਜਾਏ। ਜਤਨ ਕਰੇ ਅਰ ਬਾਕਨ ਬੋਲੇ,
ਜਿਸ ਤੇ ਕਿਸ ਕੋ ਬਿਗਰ ਸੁਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।